ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਬੇ ਹਕੀਕਤ ਮੈਂ ਕਹੂੰ, ਸੁਨੋ ਸੰਤ ਲਾਏ ਪ੍ਰੀਤ। ਮਨੀ ਸਿੰਘ ਜੀ ਰੱਖ ਸਿੱਖੀ, ਮਹਾ ਸ਼ਹੀਦ ਲੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਗਰੀਬ ਨਵਾਜ ਸਤਿਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸਤਿਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਸੰਧਿਆ ਵੇਲੇ ਦੇ ਦੀਵਾਨਾਂ 'ਚ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਗੁਰੂ ਖਾਲਸੇ ਪੰਥ ਦੇ ਇਤਿਹਾਸ ਦੀ ਲੜੀਵਾਰ ਕਥਾ, ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਨਾਲ ਸਤਿਕਾਰ ਸਹਿਤ ਸਰਵਣ ਕਰ ਰਹੇ ਕਿ ਕਿਵੇਂ ਗੁਰੂ ਪੰਥ ਨੇ ਘਾਲਣਾ ਘਾਲੀ ਹੈ। ਜਥੇਦਾਰ ਨਵਾਬ ਕਪੂਰ ਸਿੰਘ ਜੀ ਮਾਲਵੇ ਦੇ ਇਲਾਕੇ 'ਚ ਆਏ ਨੇ। ਮਾਲਵੇ ਦੇ ਇਲਾਕੇ ਦੇ ਬਹੁਤ ਸਾਰੇ ਸਿੰਘਾਂ ਨੂੰ ਮਦਦ ਦੇ ਕੇ ਉਹਨਾਂ ਦਾ ਰਾਜ ਇਸ ਮਾਲਵੇ ਦੇ ਇਲਾਕੇ 'ਚ ਕਾਇਮ ਕੀਤਾ, ਜਿਨ੍ਹਾਂ 'ਚੋਂ ਇੱਕ ਪਟਿਆਲੇ ਦੇ ਵਡੇਰਿਆਂ ਵੱਲੋਂ ਬਾਬਾ ਆਲਾ ਸਿੰਘ ਜੀ ਨਵਾਬ ਕਪੂਰ ਸਿੰਘ ਦੇ ਚਰਨਾਂ 'ਚ ਠੀਕਰੀਵਾਲ ਨਗਰ 'ਚ ਹਾਜ਼ਰ ਹੋਏ, ਲੰਗਰ 'ਚ ਜਾ ਕੇ ਸੇਵਾ ਕੀਤੀ ਔਰ ਨਵਾਬ ਕਪੂਰ ਸਿੰਘ ਜੀ ਪਾਸੋਂ ਖੰਡੇ ਦੀ ਪਹੁਲ ਛਕ ਕੇ ਆਲੇ ਤੋਂ ਆਲਾ ਸਿੰਘ ਬਣੇ ਔਰ ਖਾਲਸੇ ਦੀ ਮਦਦ ਪ੍ਰਾਪਤ ਕਰਕੇ ਆਪਣਾ ਰਾਜ ਕਾਇਮ ਕੀਤਾ। ਨਵਾਬ ਕਪੂਰ ਸਿੰਘ ਔਰ ਸਮੁੱਚੇ ਸਿੰਘਾਂ ਨੇ ਗੁਰਮਤਾ ਕਰਕੇ ਸਰਹੰਦ ਤੇ ਹੱਲਾ ਬੋਲਿਆ। ਸਰਹੰਦ ਨੂੰ ਫਤਿਹ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਦੀਵਾਲੀ ਦੇ ਜੋੜ ਮੇਲੇ ਮਨਾਏ ਹਨ। ਉਹਨਾਂ ਦਿਨਾਂ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਂਦੇ ਸਨ ਔਰ ਦੁਸ਼ਮਣਾਂ ਨੇ ਸਰੋਵਰ ਦੀ ਬੇਅਦਬੀ ਕੀਤੀ ਸੀ। ਸਿੰਘਾਂ ਨੇ ਦੁਬਾਰਾ ਨਵੇਂ ਸਿਰਿਓਂ ਕਾਰ ਸੇਵਾ ਕਰਕੇ ਸਰੋਵਰ ਦੀ ਸੇਵਾ ਕੀਤੀ। ਜਿਹੜੇ ਬੂੰਗੇ ਢਾ ਦਿੱਤੇ ਸਨ ਉਹ ਬੂੰਗੇ ਨਵੇਂ ਸਿਰਿਓਂ ਉਸਾਰੇ। ਕੋਈ ਸਮਾਂ ਸਿੰਘ ਉਧਰ ਰਹੇ, ਪਰ ਜਦੋਂ ਫਿਰ ਤੁਰਕਾਂ ਨੇ ਹੱਲਾ ਬੋਲਿਆ, ਸਿੰਘ ਉਧਰੋਂ ਹਰਨ ਭਰਨ ਹੋ ਕੇ ਇੱਧਰ ਮਾਲਵੇ ਦੇ ਇਲਾਕੇ 'ਚ ਫਿਰ ਆ ਪਹੁੰਚਦੇ। ਇੱਦਾਂ ਕਈ ਵਾਰ ਹੁੰਦਾ ਸੀ, ਕਿਉਂਕਿ ਸਿੰਘਾਂ ਨੇ ਇਹੀ ਗੁਰਮਤਾ ਕੀਤਾ ਸੀ ਕਿ ਜੇ ਦੁਸ਼ਮਣ ਵੱਧ ਹੋਵੇ ਤਾਂ ਉੱਥੋਂ ਹਰਨ ਭਰਨ ਹੋਣਾ ਚੰਗਾ ਹੈ। ਇੱਦਾਂ ਹੀ ਹੌਲੇ ਹੌਲੇ ਕਰਕੇ ਸਾਡਾ ਵਾਧਾ ਹੋਣਾ ਤੇ ਕਲਗੀਧਰ ਨੂੰ ਇਹੀ ਭਾ ਰਿਹਾ ਹੈ। ਜਦੋਂ ਤੁਰਕਾਂ ਦੀ ਗਿਣਤੀ ਘੱਟ ਹੋਣੀ ਤੇ ਸਿੰਘਾਂ ਨੇ ਆਪਣੇ ਹੱਥ ਖੋਲ ਲੈਣੇ। ਤੋ ਇਹ ਘੋਲ ਸੀ ਇੱਕ ਪ੍ਰਕਾਰ ਦਾ ਸਮੇਂ ਦੀ ਸਰਕਾਰ ਦੇ ਖਿਲਾਫ, ਜ਼ੁਲਮ ਦੇ ਖਿਲਾਫ। ਹਲੇਮੀ ਰਾਜ ਕਰਨ ਦੀ ਬਿਰਤੀ ਗੁਰੂ ਖਾਲਸੇ ਪੰਥ ਵਿੱਚ ਸੀ ਔਰ ਉਹ ਖਾਲਸੇ ਨੇ ਆਪਣਾ ਰਾਜ ਕਾਇਮ ਕੀਤਾ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ। ਹੁਣ ਭਾਈ ਮਨੀ ਸਿੰਘ ਜੀ ਜੋ ਸ੍ਰੀ ਦਰਬਾਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ, ਕਿਉਂਕਿ ਕਲਗੀਧਰ ਨੇ ਆਪਣੇ ਹੁੰਦਿਆਂ ਹੀ ਇਹਨਾਂ ਨੂੰ ਦਰਬਾਰ ਸਾਹਿਬ ਭੇਜ ਦਿੱਤਾ ਸੀ ਸੇਵਾਵਾਂ ਨਿਭਾਉਣ ਲਈ। 1708 ਵਿੱਚ ਮਹਾਰਾਜ ਦੀ ਜੋਤੀ ਜੋਤ ਸਮਾਏ ਨੇ
ਤੇ ਤਕਰੀਬਨ 1734 ਈਸਵੀ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹ ਪ੍ਰਸੰਗ ਅੱਜ ਦੀ ਕਥਾ 'ਚ ਆਰੰਭ ਹੋ ਰਿਹਾ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ, ਉਸ ਮਹਾਨ ਸ਼ਹੀਦ ਦੇ ਚਰਨਾਂ ਵਿੱਚ ਆਪਣੀ ਸੁਰਤ ਕੇਂਦਰਿਤ ਕਰੀਏ, ਜਿਨ੍ਹਾਂ ਨੂੰ ਅਰਦਾਸ ਵਿੱਚ ਨੇਤਾ ਪ੍ਰਤੀ ਅਸੀਂ ਯਾਦ ਕਰਦੇ ਹਾਂ। ਜਦੋਂ ਕਿਹਾ ਜਾਂਦਾ ਨਾ ਕਿ ਕਿਉਂਕਿ ਇਹ ਸਾਰੀ ਕਥਾ ਇਸ ਪਹਿਰੇ ਦੀ ਕਥਾ ਹੈ, ਅਰਦਾਸ ਦਾ ਜਿਹੜਾ ਇਹ ਪਹਿਰਾ ਹੈ ਨਾ ਬੰਦ, ਕਿ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਜਦੋਂ ਬੰਦ ਕਟਾਏ ਦੀ ਬਾਤ ਆਉਂਦੀ ਹੈ ਨਾ, ਉਦੋਂ ਸਾਡਾ ਸਾਰਿਆਂ ਦਾ ਧਿਆਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਚਰਨਾਂ ਵੱਲ ਜਾਂਦਾ ਹੈ। 90 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਹੋਣਾ ਨੇ। ਆਓ ਉਸ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਬੇ ਹਕੀਕਤ ਮੈਂ ਕਹੂੰ, ਸੁਨੋ ਸੰਤ ਲਾਏ ਪ੍ਰੀਤ। ਇਹ ਸੰਤ ਜਨੋ, ਸਤਸੰਗੀ ਜਨੋ, ਆਪ ਦੀ ਪ੍ਰੀਤ ਲਾ ਕੇ ਸੁਣੋ, ਪ੍ਰੇਮ ਨਾਲ ਸਰਵਣ ਕਰੋ। ਤੁਹਾਨੂੰ ਇੱਕ ਹਕੀਕਤ ਸਰਵਣ ਕਰਾਉਣ ਲੱਗਾ। ਇਹ ਹਕੀਕਤ ਹੈ, ਮਤਾ ਸਮਝੇ ਵੀ ਕੋਈ ਕਹਾਣੀ ਹੈ ਕਲਪਨਾ ਵਾਲੀ। ਹਕੀਕਤ। ਇਤਿਹਾਸ ਦਾ ਕੀ ਮਤਲਬ ਹੁੰਦਾ? ਇਤਿਹਾਸ ਦਾ ਮਤਲਬ ਜੋ ਘਟਿਆ, ਜੋ ਵਰਤਿਆ, ਇਹਨ ਬਿਨ ਉਸੇ ਤਰ੍ਹਾਂ ਬਿਆਨ ਕਰਨਾ, ਉਹਨੂੰ ਇਤਿਹਾਸ ਕਹਿੰਦੇ ਆ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ, ਮੈਂ ਤੁਹਾਨੂੰ ਹਕੀਕਤ ਸਰਵਣ ਕਰਾਉਣ ਲੱਗਾ। ਸੁਣ ਕੇ ਲੂੰ ਕੰਡੇ ਖੜੇ ਹੋ ਜਾਣਗੇ ਆਪ ਜੀ ਦੇ। ਹਕੀਕਤ। ਲੋਕਾਂ ਕੋਲ ਕਹਾਣੀਆਂ ਹੁੰਦੀਆਂ ਨੇ ਨਾ, ਆਪਣੇ ਕੋਲੋਂ ਕਲਪਨਾ ਨਾਲ ਬਣਾ ਲੈਂਦੇ ਐ, ਪਰ ਇਹ ਕਹਾਣੀ ਨਹੀਂ ਹੈ, ਇਹ ਇਤਿਹਾਸ ਹੈ, ਹਕੀਕਤ ਹੈ। ਉਹ ਆਪ ਜੀ ਸੁਣੋ। ਮਨੀ ਸਿੰਘ ਜੀ ਰੱਖ ਸਿੱਖੀ, ਮਹਾ ਸ਼ਹੀਦੀ ਲੀਤ। ਭਾਈ ਮਨੀ ਸਿੰਘ ਜੀ ਦੀ ਹਕੀਕਤ ਸਰਵਣ ਕਰਾਉਣ ਲੱਗਾ ਕਿ ਕਿਵੇਂ ਉਹਨਾਂ ਨੇ ਸਿੱਖੀ ਰੱਖ ਕੇ ਆਪਣਾ ਸਿਦਕ ਨਿਭਾਉਂਦਿਆਂ ਮਹਾਨ ਸ਼ਹੀਦੀ ਨੂੰ ਪ੍ਰਾਪਤ ਕੀਤਾ। ਭਾਈ ਮਨੀ ਸਿੰਘ ਜੀ, ਇਹਨਾਂ ਦਾ ਜਨਮ ਮੁਲਤਾਨ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਅਲੀਪੁਰ। ਅਲੀਪੁਰ ਨਗਰ ਦੇ ਵਿੱਚ ਭਾਈ ਮਾਈ ਦਾਸ ਦੇ ਘਰ ਭਾਈ ਮਨੀ ਸਿੰਘ ਦਾ ਜਨਮ ਹੋਇਆ। ਪਹਿਲਾਂ ਇਹਨਾਂ ਦੇ ਵਡੇਰੇ ਨਾਹਣ, ਪੌਂਟਾ ਸਾਹਿਬ ਦੇ ਨੇੜੇ ਨਾਹਣ ਨਗਰ ਹੈ ਨਾ, ਇੱਥੇ ਰਹਿੰਦੇ ਸੀ। ਪਹਿਲਾਂ ਰਾਜਸਥਾਨ ਦੇ ਵਿੱਚ ਇਹਨਾਂ ਦਾ, ਕਿਉਂਕਿ ਰਾਜਪੂਤ ਪਰਮਾਰ ਗੋਤ ਵਿੱਚੋਂ ਸਨ, ਤੇ ਇਹਨਾਂ ਦੇ ਵਡੇਰੇ ਜਿਹੜੇ ਸੀ ਉਹ ਰਾਜਸਥਾਨ 'ਚ ਰਾਜ ਕਰਦੇ ਸੀ। ਜਦੋਂ ਰਾਜ ਖੋਇਆ ਗਿਆ ਤਾਂ ਫਿਰ ਇੱਧਰ ਜਦੋਂ ਪੰਜਾਬ ਨੂੰ ਆਏ ਤੇ ਇਹਨਾਂ ਦੇ ਵਡੇਰੇ ਜਿਹੜੇ ਸਨ ਭਾਈ ਬੱਲੂ ਤੋਂ ਉਹਨਾਂ ਦੇ ਵੱਡੇ, ਉਹ ਨਾਹਣ ਆ ਕੇ ਵਸੇ ਸਨ। ਤੇ ਨਾਹਣ ਤੋਂ ਚੱਲ ਕੇ ਫਿਰ ਇਹ ਮੁਲਤਾਨ ਜ਼ਿਲ੍ਹੇ ਵਿੱਚ ਅਲੀਪੁਰ ਨਗਰ ਹੈ, ਉੱਥੇ ਗਏ। ਇਹਨਾਂ ਦੇ ਜਿਹੜੇ ਭਾਈ ਮਨੀ ਸਿੰਘ ਜੀ ਦੇ ਪੜਦਾਦਾ ਜੀ ਸਨ, ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਸਿੱਖੀ ਧਾਰਨ ਕੀਤੀ ਸੀ। ਫਿਰ ਇਹਨਾਂ ਦੇ ਦਾਦਾ ਜੀ, ਜਿਨ੍ਹਾਂ ਦਾ ਨਾਮ ਸੀ ਭਾਈ ਬੱਲੂ, ਭਾਈ ਬੱਲੂ, ਜੇ ਭਾਈ ਮਨੀ ਸਿੰਘ ਜੀ ਬਾਰੇ ਤੁਸੀਂ ਵਿਸਥਾਰ ਸਹਿਤ ਜਾਣਕਾਰੀ ਲੈਣੀ ਹੋਵੇ ਤਾਂ ਇੱਕ ਪੁਸਤਕ ਹੈ, ਸੇਵਾ ਸਿੰਘ ਭੱਟ ਨੇ ਲਿਖੀ, ਭਾਈ ਮਨੀ ਸਿੰਘ ਦਾ ਇਤਿਹਾਸ। ਉਹਨੂੰ ਸ਼ਹੀਦ ਬਿਲਾਸ ਕਹਿੰਦੇ। ਸ਼ਹੀਦ ਬਿਲਾਸ ਭਾਈ ਮਨੀ ਸਿੰਘ। ਇਹ ਸੇਵਾ ਸਿੰਘ ਭੱਟ ਕੌਣ ਸੀ? ਸੇਵਾ ਸਿੰਘ ਭੱਟ ਉਹ ਹੈ ਜਿਹਨੇ ਲਿਖਿਆ, ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋਡੀਐ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨਾ ਛੋਡੀਐ। ਤੇ ਸੇਵਾ ਸਿੰਘ ਕੌਣ ਸੀ? ਜਿਹਦੇ ਬਜ਼ੁਰਗਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ।
ਭਾਈ ਭਿੱਖਾ। ਭਾਈ ਭਿੱਖਾ ਜੀ ਦੇ ਪੁੱਤਰ ਸਨ ਭਾਈ ਕੀਰਤ ਜੀ, ਉਹਨਾਂ ਦੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਾ ਭੱਟਾਂ ਦੀ। ਤੇ ਭਾਈ ਕੀਰਤ ਜੀ ਦੀ 6ਵੀਂ ਪੀੜ੍ਹੀ ਚੋਂ ਸਨ ਭਾਈ ਸੇਵਾ ਸਿੰਘ ਜੀ ਭੱਟ। ਉਹਨਾਂ ਨੇ ਸਾਰੀ ਕਥਾ ਭਾਈ ਮਨੀ ਸਿੰਘ ਹੋਣਾ ਦੀ ਲਿਖੀ ਹੈ। 10 ਮਾਰਚ ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਅਲੀਪੁਰ ਨਗਰ ਦੇ ਵਿੱਚ ਹੋਇਆ, ਮੁਲਤਾਨ 'ਚ। ਭਾਈ ਬੱਲੂ ਇਹਨਾਂ ਦੇ ਦਾਦਾ ਜੀ ਸਨ। ਉਹਨਾਂ ਬਾਰੇ ਥੋੜੀ ਜੀ ਮੈਂ ਸੰਖੇਪ ਜੀ ਜਾਣਕਾਰੀ ਦੇ ਦਿਆਂ। ਭਾਈ ਬੱਲੂ ਜੀ ਸਾਂਗ ਚਲਾਉਣ ਵਿੱਚ, ਸਾਂਗ ਬਰਛੀ ਹੁੰਦੀ ਹੈ, ਆਮ ਕਰਕੇ ਬਰਛੇ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਲੱਕੜ ਦੀ ਡਾਂਗ ਲੱਗੀ ਹੁੰਦੀ ਨਾ, ਬਾਂਸ ਦੀ, ਤੇ ਅੱਗੇ ਫਲ ਲੋਹੇ ਦਾ। ਜਿਹੜੀ ਸਾਂਗ ਹੁੰਦੀ ਆ ਉਹ ਪਿੱਛੋਂ ਵੀ ਲੋਹੇ ਦੀ ਹੁੰਦੀ ਹੈ। ਉਹਦਾ ਜਿਹੜਾ ਥੱਲੇ ਡੰਡਾ ਹੁੰਦਾ ਉਹ ਵੀ ਲੋਹੇ ਦਾ ਹੁੰਦਾ, ਦਸਤ ਜਿਹਦੇ 'ਚ ਫੜੀਦਾ। ਭਾਈ ਬੱਲੂ ਜੀ ਸਾਂਗ ਚਲਾਉਣ ਵਿੱਚ ਬੜੇ ਮਾਹਰ ਸੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ 94 ਯੋਧੇ ਸੀ, ਉਹਨਾਂ 94 ਯੋਧਿਆਂ ਵਿੱਚੋਂ ਭਾਈ ਬੱਲੂ ਜੀ ਸਭ ਤੋਂ ਸਿਰ ਕੱਢ ਯੋਧੇ ਸੀ। ਜੰਗ ਦੇ ਮੈਦਾਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਬੱਲੂ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਦੇ ਪੋਤਰੇ ਸੀ ਭਾਈ ਮਨੀ ਸਿੰਘ ਜੀ, ਭਾਈ ਬੱਲੂ ਜੀ ਦੇ। ਭਾਈ ਬੱਲੂ ਜੀ ਦੇ ਪੁੱਤਰ ਸਨ ਭਾਈ ਮਾਈ ਦਾਸ ਜੀ। ਭਾਈ ਮਾਈ ਦਾਸ ਜੀ ਦੇ ਪੁੱਤਰ ਸਨ ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ, ਇਹਨਾਂ ਦਾ ਪਹਿਲਾ ਨਾਮ ਸੀ ਮਨੀ ਰਾਮ। ਤੇ ਜਦੋਂ ਇਹ 13 ਕੁ ਸਾਲ ਦੀ ਉਮਰ ਦੇ ਸਨ, ਉਦੋਂ ਇਹਨਾਂ ਦੇ ਪਿਤਾ ਜੀ ਭਾਈ ਮਾਈ ਦਾਸ ਜੀ ਇਹਨਾਂ ਨੂੰ ਆਪਣੇ ਨਾਲ ਲੈ ਕੇ ਕੀਰਤਪੁਰ ਸਾਹਿਬ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ ਤੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਬੱਚਾ ਤੁਹਾਡਾ ਹੈ, ਇਹਨੂੰ ਆਪ ਜੀ ਕਿਰਪਾ ਕਰਕੇ ਸਿੱਖੀ ਦਾ ਦਾਨ ਬਖਸ਼ੋ। ਭਾਈ ਮਨੀ ਸਿੰਘ ਹੋਣਾ ਦੇ 12 ਭਰਾ ਸੀ। 12 ਵਿੱਚੋਂ ਤੀਜੇ ਸਥਾਨ ਤੇ ਭਾਈ ਮਨੀ ਸਿੰਘ ਜੀ ਸਨ। ਇਹਨਾਂ ਤੋਂ 2 ਇਹਨਾਂ ਦੇ ਵੱਡੇ ਭਰਾ ਸਨ। ਇੱਕ ਦਾ ਨਾਂ ਸੀ ਭਾਈ ਜੇਠਾ, ਦੂਜਿਆਂ ਦਾ ਨਾਮ ਸੀ ਭਾਈ ਦਿਆਲਾ। ਵੱਡੇ ਭਾਈ ਜੇਠਾ ਜੀ ਭੰਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਹੋਏ, ਇਹਨਾਂ ਦੇ ਵੱਡੇ ਭਰਾ। ਤੇ ਦੂਸਰੇ ਨੰਬਰ ਤੇ ਭਾਈ ਦਿਆਲਾ ਜੀ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਦੇਗ ਦੇ ਪਾਣੀ 'ਚ ਉਬਾਲ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। 12 ਭਰਾਵਾਂ ਵਿੱਚੋਂ 11 ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇੱਕ ਆਪਣੀ ਮੌਤੇ ਮਰਿਆ। ਔਰ ਇੱਕ ਭਰਾ ਭਾਈ ਮਨੀ ਸਿੰਘ ਦਾ, ਉਹਨਾਂ ਦੇ ਨਾਲ ਬੰਦ ਜਦੋਂ ਕੱਟਿਆ ਗਿਆ ਭਾਈ ਮਨੀ ਸਿੰਘ ਦਾ, ਉਹਨਾਂ ਦੇ ਨਾਲ ਸ਼ਹੀਦ ਕੀਤਾ ਗਿਆ। ਤੋਂ ਭਾਈ ਮਨੀ ਸਿੰਘ ਜੀ ਇਹ 13 ਸਾਲ ਦੀ ਉਮਰ ਵਿੱਚ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਆਏ। ਮਹਾਰਾਜ ਜੀ ਦੇ ਚਰਨਾਂ 'ਚ ਸਿੱਖੀ ਧਾਰਨ ਕੀਤੀ। ਤੇ ਪਿਤਾ ਜੀ ਜਦੋਂ ਜਾਣ ਲੱਗੇ ਤੇ ਭਾਈ ਮਨੀ ਰਾਮ ਜੀ ਨੇ ਆਖਿਆ, ਪਿਤਾ ਜੀ ਮੈਂ ਇੱਥੇ ਸਤਿਗੁਰਾਂ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਨੀ। ਭਾਈ ਬੱਲੂ ਜੀ, ਭਾਈ ਮਾਈ ਦਾਸ ਜੀ ਚਲੇ ਗਏ ਤੇ ਭਾਈ ਮਨੀ ਰਾਮ ਜੀ ਕੀਰਤਪੁਰ ਸਾਹਿਬ 2 ਸਾਲ ਹੋ ਰਹੇ, ਸੇਵਾ ਕਰਦੇ ਰਹੇ। 2 ਸਾਲ ਬੀਤ ਗਏ ਸੇਵਾ ਕਰਦਿਆਂ। ਉੱਥੇ ਰਹਿ ਕੇ ਗੁਰਬਾਣੀ ਪੜ੍ਹਨੀ, ਗੁਰਬਾਣੀ ਲਿਖਣ ਦੀ ਜਿਹੜੀ ਟ੍ਰੇਨਿੰਗ ਹੈ ਉਹ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਰਹਿ ਕੇ ਭਾਈ ਮਨੀ ਸਿੰਘ ਜੀ ਹੁਣਾਂ ਨੇ ਸਿੱਖੀ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉਸਤਾਦ ਭਾਈ ਮਨੀ ਸਿੰਘ ਨੂੰ ਕਹਿ ਲਈਏ ਤੇ ਅਤ ਕਥਨੀ ਨਹੀਂ, ਬਾਬਾ ਦੀਪ ਸਿੰਘ ਜੀ ਨੂੰ ਸਰੂਪ ਲਿਖਣ ਦੀ ਜਿਹੜੀ ਟ੍ਰੇਨਿੰਗ ਸੀ ਵੀ ਬਾਣੀ ਕਿਵੇਂ ਲਿਖਣੀ ਹੈ, ਉਹ ਬਾਬਾ ਦੀਪ ਸਿੰਘ ਨੂੰ ਭਾਈ ਮਨੀ ਸਿੰਘ ਹੋਣਾ ਨੇ ਸਿਖਾਈ ਦਮਦਮਾ ਸਾਹਿਬ। ਜਦੋਂ ਮਹਾਰਾਜ ਜੀ ਨੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਲਿਖਾਇਆ ਨਾ, ਭਾਈ ਮਨੀ ਸਿੰਘ ਹੋਣਾ ਨੇ ਲਿਖਿਆ। ਫਿਰ ਭਾਈ ਮਨੀ ਰਾਮ ਜੀ ਜਦੋਂ 13 ਸਾਲ ਦੀ ਉਮਰ 'ਚ 2 ਸਾਲ ਸੇਵਾ ਕੀਤੀ। ਸੇਵਾ ਕਿੱਥੇ ਕੀਤੀ? ਲੰਗਰ ਵਿੱਚ ਜਾ ਕੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕੀਤੀ। ਵੱਡੇ ਵੱਡੇ ਦੇਗੇ, ਅੱਜ ਕੱਲ ਤਾਂ ਛੋਟੀਆਂ ਛੋਟੀਆਂ ਕੜਾਈਆਂ, ਆ ਜਾਂ ਛੋਟੇ ਛੋਟੀਆਂ ਥਾਲੀਆਂ ਮਾਂਜ ਕੇ ਆਪਾਂ ਕਹਿੰਦੇ ਬੜੀ ਬਹਾਦਰੀ ਕੀਤੀ। ਵੱਡੇ ਵੱਡੇ ਬਰਟੋਏ ਕੜਾਏ ਉਹ ਭਾਈ ਮਨੀ ਰਾਮ ਜੀ ਹੋਣਾ ਨੇ ਮਾਂਜਣੇ। ਸੇਵਾ ਕਰਨੀ ਸਾਰਾ ਦਿਨ, ਨਾਲ ਬਾਣੀ ਪੜ੍ਹਨੀ ਸਿੱਖਣੀ, ਗੁਰਸਿੱਖੀ ਦੀ ਢਾਲ। 2 ਸਾਲ ਬੀਤ ਗਏ ਸੇਵਾ ਕਰਦਿਆਂ, ਨਾ ਦਿਨ ਵੇਖਿਆ ਨਾ ਰਾਤ, ਸੇਵਾ 'ਚ ਖੁੱਭ ਗਏ। 2 ਸਾਲ ਬਾਅਦ ਮੁਲਤਾਨ ਤੋਂ ਫਿਰ ਆਏ ਭਾਈ ਮਾਈ ਦਾਸ ਜੀ, ਭਾਈ ਮਨੀ ਰਾਮ ਜੀ ਦੇ ਪਿਤਾ ਜੀ।
ਉਹਨਾਂ ਨੇ ਆ ਕੇ ਬੇਨਤੀ ਕੀਤੀ, ਸਤਵੇਂ ਪਾਤਸ਼ਾਹ ਤੁਹਾਡੇ ਬੱਚੇ ਦਾ ਵਿਆਹ ਰੱਖਿਆ, ਰਿਸ਼ਤਾ ਚੰਗਾ ਮਿਲ ਗਿਆ ਸੀ ਤੇ ਆਗਿਆ ਹੋਵੇ ਤਾਂ ਇਹਨੂੰ ਲੈ ਜਾਈਏ ਨਾਲ, ਇਹਦੀ ਸ਼ਾਦੀ ਕਰ ਦਈਏ। ਮਹਾਰਾਜ ਜੀ ਨੇ ਆਖਿਆ ਲੈ ਜਾਓ ਭਾਈ। 2 ਸਾਲ ਬਾਅਦ 15 ਕੁ ਸਾਲ ਦੇ ਸਨ ਭਾਈ ਮਨੀ ਸਿੰਘ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਪਿਤਾ ਜੀ ਮੁਲਤਾਨ ਅਲੀਪੁਰ ਪਹੁੰਚੇ। ਜਾ ਕੇ ਸ਼ਾਦੀ ਕੀਤੀ। ਨੇੜੇ ਹੀ ਇੱਕ ਨਗਰ ਸੀ, ਉਸ ਨਗਰ ਦੇ ਵਿੱਚ ਰਹਿਣ ਵਾਲੇ ਸਨ ਗੁਰੂ ਘਰ ਦੇ ਅਨੰਨ ਸੇਵਕ, ਜਿਨ੍ਹਾਂ ਨੇ ਸਾਹਿਬ ਦੀ ਮਹਾਨ ਸੇਵਾ ਕੀਤੀ। ਭਾਈ ਸਾਹਿਬ ਭਾਈ ਲੱਖੀ ਸ਼ਾਹ ਜੀ ਵਣਜਾਰਾ, 9ਵੇਂ ਪਾਤਸ਼ਾਹ ਦੇ ਪਾਵਨ ਸ੍ਰੀ, ਇਹਨਾਂ ਦੇ ਪੁੱਤਰ ਸਨ ਅੱਗੇ ਭਾਈ ਨਗਾਈਆ ਜੀ ਹੋਣੀ, ਜਿਨ੍ਹਾਂ ਨੇ 9ਵੇਂ ਪਾਤਸ਼ਾਹ ਦੇ ਪਾਵਨ ਸਰੀਰ ਦਾ ਆਪਣੇ ਘਰ 'ਚ ਸੰਸਕਾਰ ਕਰਕੇ ਘਰ ਨੂੰ ਅੱਗ ਲਾ ਦਿੱਤੀ ਸੀ। ਇਹ ਪਹਿਲਾਂ ਉੱਥੇ ਰਹਿੰਦੇ ਸਨ। ਭਾਈ ਲੱਖੀ ਸ਼ਾਹ ਵਣਜਾਰੇ ਦੀ ਲੜਕੀ ਸੀ, ਉਹਦਾ ਨਾਂ ਸੀ ਮਾਤਾ ਸੀਤਾ, ਮਾਈ ਸੀਤਾ। ਮਾਈ ਸੀਤਾ ਦੇ ਨਾਲ ਭਾਈ ਮਨੀ ਸਿੰਘ ਜੀ ਹੋਣਾ ਦੀ ਸ਼ਾਦੀ ਹੋਈ। ਹਾਲੇ ਸ਼ਾਦੀ ਨੂੰ ਮਹੀਨਾ ਨਹੀਂ ਸੀ ਲੰਘਿਆ ਤੇ ਵੱਡੇ ਭਰਾ ਭਾਈ ਦਿਆਲਾ ਜੀ ਔਰ ਭਾਈ ਜੋਧ ਜੀ, ਉਹਨਾਂ ਆਖਿਆ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਚੱਲਿਆ, ਚੱਲ ਮਨੀ ਰਾਮ ਤੂੰ ਵੀ ਚੱਲ। ਨਵਾਂ ਵਿਆਹ ਹੋਇਆ ਤੇ ਭਰਾਵਾਂ ਨਾਲ ਫਿਰ ਆ ਗਏ ਕੀਰਤਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ। 7ਵੇਂ ਪਾਤਸ਼ਾਹ ਦੀ ਸੇਵਾ 'ਚ ਫਿਰ ਕੁਝ ਸਮਾਂ ਬਤੀਤ ਕੀਤਾ। ਫਿਰ 7ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਤੇ 8ਵੇਂ ਗੁਰਦੇਵ ਦੀ ਸੇਵਾ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਦੀ ਸੇਵਾ ਭਾਈ ਮਨੀ ਸਿੰਘ ਜੀ ਕਰਦੇ ਰਹੇ। ਫਿਰ 9ਵੇਂ ਪਾਤਸ਼ਾਹ ਗੁਰਗੱਦੀ ਤੇ ਬੈਠੇ, ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਆਨੰਦਪੁਰ ਸਾਹਿਬ ਸੇਵਾ ਕੀਤੀ। ਫਿਰ ਪਰਿਵਾਰ ਵੀ ਨਾਲ ਹੀ ਲੈ ਆਏ ਆਪਣਾ। ਤੇ ਭਾਈ ਮਨੀ ਸਿੰਘ ਹੋਣਾ ਦੇ ਘਰ 10 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਚੋਂ ਭਾਈ ਬਚਿੱਤਰ ਸਿੰਘ ਜੀ, ਜਿਹੜੇ ਨਾਗਣੀ ਮਾਰ ਕੇ ਝੂਲਦੇ ਮਸਤ ਹਾਥੀ ਦਾ ਮੱਥਾ ਪਾੜਦੇ ਹਨ, ਉਹ ਇਹਨਾਂ ਦੇ ਬੱਚੇ 10 ਪੁੱਤਰ ਤੇ 10 ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਭਾਈ ਮਨੀ ਸਿੰਘ ਦੇ। ਇਹਨਾਂ ਦੇ ਪਰਿਵਾਰ ਵਿੱਚੋਂ ਕੁੱਲ 54 ਤੋਂ ਵੱਧ ਮੈਂਬਰਾਂ ਨੇ ਇੱਕੋ ਟੱਬਰ ਚੋਂ, 54 ਤੋਂ, ਕਿ ਪੋਤਰਿਆਂ ਵਿੱਚੋਂ ਵੀ ਜਿਹੜਿਆਂ ਨੇ ਗੁਰੂ ਘਰ ਤੋਂ ਆਪਣਾ ਆਪਾ ਕੁਰਬਾਨ ਕੀਤਾ। ਫਿਰ ਭੰਗਾਣੀ ਦੇ ਜੰਗ ਦੇ ਵਿੱਚ ਭਾਈ ਮਨੀ ਰਾਮ ਜੀ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਉਹਨਾਂ ਨੇ ਜੰਗ ਲੜੇ। ਭੰਗਾਣੀ ਦੇ ਜੰਗ 'ਚ ਉਹਨਾਂ ਨੇ ਸ਼ਮੂਲੀਅਤ ਵੀ ਕੀਤੀ। ਕੱਲੇ ਗਿਆਨੀ ਨਹੀਂ ਸੀ, ਉਹ ਯੋਧੇ ਵੀ ਸੀ। ਤੇ ਭੰਗਾਣੀ ਦੇ ਜੰਗ 'ਚ ਵੱਡਾ ਭਰਾ ਸ਼ਹੀਦ ਵੀ ਹੋਇਆ, ਭਾਈ ਮਨੀ ਰਾਮ ਜੀ ਵੀ ਲੜੇ। ਉੱਥੋਂ ਫਿਰ ਮਹਾਰਾਜ ਜੀ ਦੇ ਨਾਲ ਆਨੰਦਪੁਰ ਸਾਹਿਬ ਆ ਗਏ। ਕਲਗੀਧਰ ਪਾਤਸ਼ਾਹ ਕੋਲ ਰਹਿ ਕੇ ਫਿਰ 8ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਕੋਲ ਰਹਿ ਕੇ ਭਾਈ ਮਨੀ ਸਿੰਘ ਜੀ, ਕਿਉਂਕਿ ਉਦੋਂ ਅੱਜ ਕੱਲ ਪ੍ਰਿੰਟਿੰਗ ਪ੍ਰੈਸਾਂ ਨਹੀਂ ਸਨ ਹੁੰਦੀਆਂ, ਅੱਜ ਵਾਂਗੂ ਹੱਥ ਨਾਲ ਲਿਖਦੇ ਸੀ ਪੋਥੀਆਂ। ਹੱਥ ਨਾਲ ਪੋਥੀਆਂ ਲਿਖ ਕੇ ਸਿੰਘਾਂ ਨੂੰ ਵੰਡਦੇ ਸੀ, ਸੰਗਤ ਨੂੰ ਨਿਤਨੇਮ ਵਾਸਤੇ। ਇਹ ਸੇਵਾ ਭਾਈ ਮਨੀ ਸਿੰਘ ਜੀ ਕਰਦੇ ਸਨ। ਤੇ ਫਿਰ ਪੋਥੀਆਂ ਲਿਖਣੀਆਂ, ਅੱਗੇ ਬੱਚਿਆਂ ਨੂੰ ਲਿਖਾਣੀ ਸਿਖਾਉਣੀ ਵੀ, ਅੱਗੇ ਹੋਰ ਬੱਚਿਆਂ ਨੂੰ ਵੀ ਉਹ ਟ੍ਰੇਨਿੰਗ ਦੇਣੀ ਕਿ ਤੁਸੀਂ ਗੁਰਬਾਣੀ ਲਿਖਣੀ ਸਿੱਖੋ। ਕਿਉਂਕਿ ਗੁਰਬਾਣੀ ਲਿਖਣ ਵਾਸਤੇ ਵੀ ਇੱਕ ਨਿਯਮਾਵਲੀ ਹੁੰਦੀ ਹੈ। ਆਮ ਪੰਜਾਬੀ ਲਿਖਣੀ ਹੋਵੇ ਉਹ ਸੌਖੇ ਢੰਗ ਨਾਲ ਲਿਖੀ ਜਾਂਦੀ, ਗੁਰਬਾਣੀ ਨੂੰ ਲਿਖਣ ਵਾਸਤੇ ਵੀ ਨਿਯਮ ਹੁੰਦਾ ਹੈ। ਇੱਕ ਇੱਕ ਲੱਗ ਮਾਤਰ ਦਾ, ਸਿਹਾਰੀ ਔਂਕੜ ਦਲੈਂਕੜ ਦਾ ਪੂਰਾ ਖਿਆਲ ਰੱਖਣਾ ਪੈਂਦਾ। ਸਾਫ਼ ਅੰਗ ਹੁੰਦਾ ਉਹਦੇ ਤੇ, ਜਿਹੜੀ ਪੂਰੀ ਸਿੱਧੀ ਲਕੀਰ ਵਿੱਚ ਲਿਖਣਾ, ਇਹ ਨਹੀਂ ਵੀ ਟੇਢੀ ਮੇਢੀ ਲਾਈਨ ਚਲੀ ਜਾਏ। ਉਹਦੇ ਵਾਸਤੇ ਸਿਆਹੀ ਬਣਾਉਣੀ, ਸਿਆਹੀ ਬਣਾਉਣ ਦਾ ਕੀ ਪ੍ਰਕਾਰ ਹੈ, ਉਹ ਸਾਰੀ ਵਿਦਿਆ ਭਾਈ ਮਨੀ ਸਿੰਘ ਜੀ ਹੋਣੀ ਅੱਗੇ ਬੱਚਿਆਂ ਨੂੰ ਸਿਖਾਉਂਦੇ ਰਹੇ। ਬਹੁਤ ਸਾਰੇ ਸਿੰਘਾਂ ਨੂੰ ਉਹਨਾਂ ਨੇ ਅੱਗੇ ਸੰਥਿਆ ਵੀ ਕਰਾਈ, ਗੁਰਬਾਣੀ ਵੀ ਪੜ੍ਹਾਈ। ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਜਿਨ੍ਹਾਂ ਦਾ ਅਕਾਲ ਬੁੰਗੇ ਦੇ ਪਿੱਛੇ ਸ਼ਹੀਦੀ ਅਸਥਾਨ ਹੈ, ਉਹ ਵੀ ਭਾਈ ਮਨੀ ਸਿੰਘ ਜੀ ਹੋਣਾ ਕੋਲੋਂ ਪੜ੍ਹੇ। ਉਹਨਾਂ ਕੋਲੋਂ ਸੰਥਿਆ ਲਈ। ਅੰਮ੍ਰਿਤ ਵੀ ਨਵਾਬ ਕਪੂਰ ਸਿੰਘ ਹੋਣਾ ਨੇ ਇਹਨਾਂ ਕੋਲੋਂ ਖੰਡੇ ਦੀ ਪੌਲ ਛਕੀ। ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, 10ਮ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਅੱਜ ਅਸੀਂ ਪੜ੍ਹਦੇ ਹਾਂ, ਉਹ ਭਾਈ ਮਨੀ ਸਿੰਘ ਜੀ ਦੀ ਘਾਲਣਾ ਹੈ। ਉਹਨਾਂ ਨੇ ਉਹ ਸਾਰੀ ਬਾਣੀ ਇਕੱਠੀ ਕੀਤੀ, 10ਵੇਂ ਪਾਤਸ਼ਾਹ ਜੀ ਦੀ ਬਾਣੀ, ਔਰ ਉਹ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਠੀ ਕਰਕੇ ਉਹਨੂੰ ਇੱਕ ਰੂਪ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ। ਇਸ ਤਰ੍ਹਾਂ ਗੁਰਬਾਣੀ ਦੀਆਂ ਬਹੁਤ ਸਾਰੀਆਂ ਪੋਥੀਆਂ ਭਾਈ ਮਨੀ ਸਿੰਘ ਉਹਨਾਂ ਨੇ ਲਿਖੀਆਂ। ਉਹਨਾਂ ਦੇ ਬਾਬਤ ਮਹਾਰਾਜ ਕਲਗੀਧਰ ਜੀ ਨੇ ਆਪਣਾ ਹੁਕਮਨਾਮਾ ਵੀ ਜਾਰੀ ਕੀਤਾ ਕਿ ਭਾਈ ਮਨੀ ਸਿੰਘ ਨੂੰ ਮੇਰਾ ਫਰਜ਼ੰਦ ਜਾਣਨਾ, ਇਹ ਮੇਰਾ ਪੁੱਤਰ ਹੈ। 10ਵੇਂ ਪਾਤਸ਼ਾਹ ਨੇ ਬਚਨ ਕਹੇ, ਇਹ ਸਾਡਾ ਫਰਜ਼ੰਦ ਹੈ। ਚਿੱਤਰ ਸਿੰਘ ਬਚਿੱਤਰ ਸਿੰਘ ਹੋਣਗੇ, ਸਾਡੇ ਫਰਜ਼ੰਦ ਨੇ, ਸਾਡੇ ਪੁੱਤਰ ਨੇ।
ਇਹ ਵਾਰ ਮਹਾਰਾਜ ਕਲਗੀਧਰ ਪਾਤਸ਼ਾਹ ਸਵਾਮੀ ਜੀ ਨੇ ਬਖਸ਼ਿਸ਼ ਕੀਤੇ। ਜਦੋਂ ਮੀਣਿਆਂ ਦਾ ਕਬਜ਼ਾ ਸੀ ਦਰਬਾਰ ਸਾਹਿਬ ਤੇ ਸੋਢੀ ਕੌਲ ਜੀ ਹੋਣੀ, ਚਤੁਰਭੁਜ ਹੋਣੀ, ਇਹ ਜਦੋਂ ਅਕਾਲ ਚਲਾਣਾ ਕਰ ਗਏ ਤਾਂ ਦਰਬਾਰ ਸਾਹਿਬ ਦੀ ਸੇਵਾ ਦਾ ਪ੍ਰਬੰਧ ਭਾਈ ਮਨੀ ਸਿੰਘ ਜੀ ਦੇ ਨਾਲ ਮਹਾਰਾਜ ਜੀ ਨੇ ਸਿੰਘ ਭੇਜੇ ਤੇ ਇਹਨਾਂ ਨੂੰ ਦਰਬਾਰ ਸਾਹਿਬ ਦੀ ਸਾਰੀ ਜ਼ਿੰਮੇਵਾਰੀ ਸੌਂਪੀ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੀ ਵੱਡੀ ਘਾਲਣਾ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਵੀ ਬਾਅਦ ਤਕਰੀਬਨ 2 ਦਹਾਕਿਆਂ ਤੋਂ ਵੱਧ ਇਹ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ। ਅਕਾਲ ਤਖਤ ਸਾਹਿਬ ਦੇ ਉੱਤੇ ਵੀ ਜਿਹੜੇ ਫੈਸਲੇ ਹੁੰਦੇ ਸਨ ਪੰਥ ਦੇ ਬਹੁਤ ਸਾਰੇ, ਜਦੋਂ ਉਹਨਾਂ ਫੈਸਲਿਆਂ ਵਿੱਚ ਭਾਈ ਮਨੀ ਸਿੰਘ ਜੀ ਦੀ ਜਿਹੜੀ ਅਖੀਰਲੀ ਸਹੀ ਪਵਾਈ ਜਾਂਦੀ ਸੀ, ਜਿਹੜਾ ਫੈਸਲਾ ਭਾਈ ਮਨੀ ਸਿੰਘ ਸਾਹਿਬ ਜੀ ਕਰ ਦਿੰਦੇ ਸੀ ਸਮੁੱਚਾ ਪੰਥ ਪ੍ਰਵਾਨ ਕਰਦਾ ਸੀ। ਚਾਹੇ ਉਹ ਬੰਦਾਈ ਖਾਲਸਿਆਂ ਤੇ ਤਤ ਖਾਲਸਿਆਂ ਦਾ ਰੌਲਾ ਪਿਆ, ਉਹ ਵੀ ਭਾਈ ਮਨੀ ਸਿੰਘ ਉਹਨਾਂ ਨੇ ਵਿੱਚ ਪੈ ਕੇ ਨਿਬੇੜਿਆ। ਇਦਾਂ ਸਤਿਕਾਰਯੋਗ ਮਾਤਾ ਸੁੰਦਰੀ ਜੀ ਦੇ ਨਾਲ ਚਿੱਠੀ ਵਾਰਤਾ ਭਾਈ ਮਨੀ ਸਿੰਘ ਜੀ, ਉਹ ਪੁਰਾਣੀਆਂ ਚਿੱਠੀਆਂ ਵੀ ਮਿਲਦੀਆਂ ਨੇ। ਮਾਤਾ ਸੁੰਦਰੀ ਜੀ ਹੋਣਾ ਦੇ ਲਿਖੇ ਭਾਈ ਮਨੀ ਸਿੰਘ ਜੀ ਦੇ ਬਾਬਤ ਜਦੋਂ ਬਜ਼ੁਰਗ ਹੋ ਗਏ ਸੀ ਨਾ ਭਾਈ ਮਨੀ ਸਿੰਘ ਜੀ, ਉਹਨਾਂ ਨੇ ਇੱਕ ਚਿੱਠੀ ਲਿਖੀ ਮਾਤਾ ਜੀ ਨੂੰ, ਮਾਤਾ ਜੀ ਪੰਥ ਮੇਂ ਗੋਗਾ ਹੈ ਕਿ ਬੰਦਾ ਬਦੇ ਮੁਕਤ ਹੋਏ ਗਿਆ ਹੈ। ਉਦੋਂ ਚਿੱਠੀਆਂ ਇਸ ਭਾਸ਼ਾ 'ਚ ਲਿਖੀਆਂ ਜਾਂਦੀਆਂ ਸੀ। ਕਹਿੰਦੇ ਪੰਥ ਮੈਂ ਗੋਗਾ ਹੈ ਕਿ ਬੰਦਾ ਬਦੇ ਮੁਕਤ ਹੋ ਗਿਆ ਹੈ। ਇੰਨੀ ਕੁ ਗੱਲ ਲਿਖ ਕੇ ਸਰੀਰ में कुछ तंदुरुस्ती नहीं पर सेवा करने में कोई आलक नहीं है। भी शरीर हुण बजुर्ग हो गया, 90 साल की उम्र हो गई सी नेड़े तेड़े, कि हुण शरीर बिरध हो गया ते शरीर उन्ना साथ नहीं दिंदा, पर गुरु रामदास साहब के दरबार की सेवा विच मेरी कोई वल्लों ढिल, जिहड़ी मर्यादा सवेरे जिन्ने बजे प्रकाश होना, जिन्ने बजे नितनेम होना, वो सारी मर्यादा विच कोई विघन नहीं है। वो मैं उस तरह कर रहा, गुरु साहब करा रहे हैं। सचखंड श्री हरमंदर साहब दे मुख ग्रंथी वजों भाई साहब भाई मनी सिंह जी होना ने कुछ समा अकाल तख्त साहब ते जथेदारी दे रूप विच भी समुचे पंथ दे विच उन्हां ने निभाई। उन्हां दा प्रसंग हुण चलण लगा शहीदी दा। भाई साहब भाई मनी सिंह जी बारे दसदे ने, मनी सिंह जी रख सिक्खी महा शहीदी लीत। उन्हां अपनी सिक्खी निभाई। 2 पुत्र भाई मनी सिंह जी दियां अखां दे सामने पुट्ठी खल ला के शहीद कीते। जदों भाई मनी सिंह नूं शहीद करना सी ना, वड्डा भरा एक भरा शहीद कीता, नाल 2 पुत्र वो अखां दे सामने भाई मनी सिंह जी होना दे नेत्रां दे सामने उन्हां दी पुट्ठी खल लाई पहलां, ते पुट्ठी खल ला के फिर उन्हां नूं शहीद कीता। जदों आपां कहने ना पुट्ठियां खल्लां लवाइयां, ते उदों भाई मनी सिंह दे जिथे जै सिंह खल घट इत्थे अपने नेड़े बारन दे उन्हां दा ध्यान आउंदा, उत्थे भाई मनी सिंह दे पुत्रां दी भी बात आउंदी है नाल। तो इहो जे महान शहीद भाई मनी सिंह जी जिन्हां ने सिੱਖੀ निभाई आ अपनी, पंथ कोलों मंगी है मंगी, खालसा जी मेरी अरदास करियो मेरी सिੱਖੀ तोड़ अंतले साहां तक निभ जावे। चार गुरु साहबाना की सेवा की ते 10वें पातशाह महाराज जी कहते मनी सिंह तू इन्नी सेवा की है गुरु घर दी, कुछ मंग लो। पुत्र शहीदियां पा गए ने, भरा शहीदियां पा गए ने, कोई थोड़ी सेवा नहीं तुहाडी, तुसीं भी कुछ मंग लो। ते भाई मनी सिंह ने बाजा वाले स्वामी जदों हजूर साहब नूं गए ने ना, ते उन्होंने हाथ जोड़ के मंग मंगी, साहब जी जिन्ना चिर जिंदगी है ना अपने घर की सेवा बख्शी रखियो ते सिੱਖੀ अंतले साहां तक निभ जाए। की ने संसार दे पदार्थ जिथे आ दात है, असीं इन्हां दे वारिस हां। गुरु खालसा जी ये साडे शहीद ने जिन्हां ने केवल सिੱਖੀ नूं मुख रखिया। अज असीं अपने स्वार्थां नूं मुख रखदे हां भी मेरा स्वार्थ कित्थों सिद्ध हुंदा है। उस स्वार्थ नूं सिद्ध करन वास्ते किते दे किते बंदा जिधर कोई माड़ा जिहा स्वार्थ पूरा हुंदा उधर जा रलदा। आ जिहड़े पिछे जी एक वेखिया कहण लगे जी साडे नालों तां ओह फलाणे, मैं नां नहीं लैंदा,
ਕਹਿੰਦੇ ਜੀ ਸਾਡੇ ਨਾਲੋਂ ਫਲਾਣੇ ਚੰਗੇ ਨੇ, ਅਸੀਂ ਤਾਂ ਉਹ ਬਣ ਜਾਈਏ। ਕੋਈ ਸਿੱਖ ਹੀ ਸੀ ਅੰਮ੍ਰਿਤਧਾਰੀ, ਤੇ ਕੋਈ ਮਾੜਾ ਮੋਟਾ ਗੁਰੂ ਘਰ ਦੇ ਵਿੱਚ ਪ੍ਰਬੰਧਾਂ 'ਚ ਕਿਤੇ ਕੋਈ ਹੋ ਜਾਂਦੀ ਹੈ ਕਮੀ, ਇਨਸਾਨ ਹੀ ਹੈ ਨਾ ਸਾਰੇ। ਉਹ ਕਹਿੰਦੇ ਜੀ ਅਸੀਂ ਤਾਂ ਉਹ ਬਣ ਜਾਈਏ ਚੰਗਾ। ਮੈਂ ਲਾਗੇ ਹੀ ਬੈਠਾ ਸੀ, ਬੜਾ ਅਫਸੋਸ ਨਾਲ ਮੈਂ ਆਖਿਆ ਵੀ ਤੂੰ ਬਣ ਨਹੀਂ ਚੱਲਿਆ, ਤੂੰ ਬਣ ਗਿਆ ਜਦੋਂ ਕਹਿ ਦਿੱਤਾ, ਬਣ ਗਿਆ ਤੂੰ ਉਹ, ਹੁਣ ਤੂੰ ਨਾਂ ਦਾ ਹੀ ਰਹਿ ਗਿਆ ਸਿੱਖ। ਇੰਨੀ ਕੱਚੀ ਸਿੱਖੀ ਵੀ ਕਿਸੇ ਦੇ ਮਾੜਾ ਜਾ ਕਿਸੇ ਨੇ ਬੋਲ ਹੀ ਬੋਲ ਦਿੱਤਾ ਉਹਨੇ ਨਾਲ ਹੀ ਅਸੀਂ ਚੱਲੇ ਆ ਜੀ ਧਰਮ ਛੱਡ ਕੇ ਸਿੱਖ। ਉਹ ਕਾਹਦੇ ਸਿੱਖ ਨੇ ਭਾਈ? ਇੱਥੇ ਬੰਦ ਕੱਟਿਆ ਜਾ ਰਿਹਾ, ਕੋਈ ਲਾਲਚ ਥੋੜੇ ਨਹੀਂ ਦਿੱਤੇ, ਜਗੀਰਾਂ ਦੇਣ ਨੂੰ ਤਿਆਰ ਸੀ। ਧੰਨਸਾ ਨੇ ਗੁਰੂ ਕੇ ਲਾਲ, ਜਿਹਨਾਂ ਆਖਿਆ ਸਾਨੂੰ ਜਗੀਰਾਂ ਨਹੀਂ ਚਾਹੀਦੀਆਂ, ਸਾਨੂੰ ਗੁਰੂ ਕੀ ਸਿੱਖੀ ਚਾਹੀਦੀ ਆ, ਉਹ ਵੀ ਅੰਤਲੇ ਸਾਹਾਂ ਤੱਕ ਕੇਸਾਂ ਸਵਾਸਾਂ ਨਾਲ ਲਿਭ ਜਾਏ। ਉਹ ਸਿੱਖ ਤੇ ਅੱਜ ਦੇ ਸਿੱਖ ਝੱਟ ਅਸੀਂ ਚੱਲੇ ਆ ਜੀ, ਅਸੀਂ ਤਾਂ ਫਲਾਣੇ ਪੰਥ 'ਚ ਚੱਲੇ ਆ ਜੀ, ਫਲਾਣੇ ਮੱਤ 'ਚ ਚੱਲੇ ਆ। ਉਹਨਾਂ ਬਾਬਤ ਮੈਂ ਕਹਿਣਾ ਵੀ ਜੇ ਤੁਸੀਂ ਕੱਲ ਜਾਣਾ ਅੱਜ ਜਾਓ। ਉਹ ਜਿਵੇਂ ਕਹਿ ਦਿੰਦੇ ਨੇ ਨਾ ਕਹਾਵਤ ਵੀ ਗੱਡਾ ਨਹੀਂ ਅੜਿਆ ਤੁਹਾਡੇ ਬਿਨਾਂ, ਵੀ ਕਿੰਨੀ ਕੁ ਸਿੱਖੀ ਤੁਹਾਡੇ ਅੰਦਰ ਪਰਪੱਕ, ਕਿੰਨਾ ਕੁ ਜਜ਼ਬਾ, ਕਿੰਨਾ ਕੁ ਭਰੋਸਾ ਤੁਸੀਂ ਗੁਰੂ ਤੇ ਰੱਖਦੇ ਹੋ। ਇਹ ਗੱਲ ਮੈਂ ਦੁਖਾਂਤ ਨਾਲ ਕਹਿ ਰਿਹਾ ਹਾਂ ਵੀ ਇੰਨੀ ਕੱਚੀ ਸਿੱਖੀ ਹੋ ਗਈ ਸਾਡੀ ਵੀ ਮਾੜਾ ਮੋਟਾ ਕੋਈ ਬੋਲ ਕਬੋਲ ਹੀ ਬੋਲਦੇ ਉਹਨੇ ਨਾਲ ਹੀ ਹਾਈਪਰ ਹੋ ਕੇ ਜੀ ਅਸੀਂ ਤਾਂ ਸਿੱਖ ਪੰਥ ਹੀ ਛੱਡਣ ਲੱਗੇ ਆ, ਧਰਮ ਹੀ ਛੱਡ ਕੇ ਚੱਲੇ। ਉਹ ਟਟੀਰੀ ਨੇ ਆਕਾਸ਼ ਨੂੰ ਲੱਤਾਂ ਕੀਤੀਆਂ ਹੋਈਆਂ, ਪੁੱਛਿਆ ਕਿਉਂ ਕੀਤੀਆਂ? ਉਹ ਕਹਿੰਦੀ ਮੇਰੀਆਂ ਲੱਤਾਂ ਤੇ ਆਕਾਸ਼ ਟੁਕਿਆ, ਵੀ ਨੇ ਮੈਂ ਲੱਤਾਂ ਥੱਲੇ ਕਰ ਲਈਆਂ ਤੇ ਆਕਾਸ਼ ਡਿੱਗ ਪੈਣਾ। ਟਟੀਰੀ ਦੀਆਂ ਲੱਤਾਂ ਵੇਖੀਆਂ ਕਦੇ? ਉਹ ਹਾਲ ਇਹਨਾਂ ਦਾ ਇਹੋ ਜਿਹੇ ਲੋਕਾਂ ਦਾ ਹੈ ਜਿਹੜੇ ਕਹਿੰਦੇ ਜੀ ਅਸੀਂ ਚੱਲੇ ਆ, ਵੀ ਜਿਵੇਂ ਸੋਚਦੇ ਆ ਵੀ ਸਾਡੇ ਮੋਢਿਆਂ ਦੇ ਉੱਤੇ ਹੀ ਸਿੱਖੀ ਦਾ ਭਾਰ ਜਿਹੜਾ ਉਹ ਅਸੀਂ ਚੁੱਕਿਆ ਹੋਇਆ, ਬਸ ਸਾਡੇ ਕਰਕੇ ਹੀ ਆ ਅਸੀਂ। ਪਰ ਇਹ ਸਿੱਖੀ ਦਾ ਭਾਰ ਇਹਨਾਂ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਹੈ। ਇਹ ਸਿੱਖੀ ਦੇ ਮਹਿਲ ਥੱਲੇ ਇਹੋ ਜਿਹੇ ਕੱਚਿਆਂ ਪਿੱਲਿਆਂ ਦੇ ਮੋਢੇ ਨਹੀਂ ਕਿ ਮਹਿਲ ਡਿੱਗ ਜਾਏਗਾ। ਇਹ ਸਿੱਖੀ ਦੇ ਮਹਿਲ ਥੱਲੇ ਹਜ਼ਾਰਾਂ ਨਹੀਂ ਲੱਖਾਂ ਸ਼ਹੀਦਾਂ ਦੇ ਸਿਰਾਂ ਦੇ ਮੁਨਾਰਾਂ ਦੇ ਮੁਨਾਰ ਨੇ। ਦੁਨੀਆ ਦੇ ਕਿਸੇ ਮੱਤ ਵਿੱਚ, ਕਿਸੇ ਧਰਮ ਦੇ ਵਿੱਚ ਸ਼ਹੀਦਾਂ ਦੇ ਗੰਜ ਨਹੀਂ ਮਿਲਣਗੇ ਤੁਹਾਨੂੰ। ਕੇਵਲ ਇੱਕ ਗੁਰੂ ਕਲਗੀਧਰ ਦਾ ਇਹ ਪੰਥ ਹੈ, ਸਿੱਖ ਪੰਥ, ਖਾਲਸਾ ਪੰਥ, ਜਿਹਦੇ ਵਿੱਚ ਸ਼ਹੀਦਾਂ ਦੇ ਗੰਜ ਤੁਸੀਂ ਵੇਖੋਗੇ। ਜਿੱਥੇ ਸ਼ਹੀਦਾਂ ਦੇ ਸਿਰਾਂ ਦੇ ਗੰਜ, ਗੰਜ ਦਾ ਮਤਲਬ ਢੇਰ ਲਾ ਕੇ ਉਸਾਰੇ ਗਏ। ਗੰਜ ਦਾ ਮਤਲਬ ਹੁੰਦਾ ਵੀ ਉੱਚਾ ਢੇਰ ਲਾ ਦੇਣਾ। ਵੈਸੇ ਇੱਕ ਗੰਜ ਇੰਨਾ ਉੱਚਾ ਹੁੰਦਾ ਵੀ ਸਿਰ ਉਤਾਂ ਨੂੰ ਚੁੱਕ ਕੇ ਵੇਖੀਏ ਤੇ ਪੱਗ ਪਿੱਛੇ ਡਿੱਗ ਜਾਏ। ਉਹ ਕੇਵਲ ਸ਼ਹੀਦ ਗੰਜ ਇਹ ਕੇਵਲ ਖਾਲਸੇ ਪੰਥ ਵਿੱਚ ਨੇ। ਗੁਰੂ ਖਾਲਸਾ ਜੀ ਅੱਜ ਆ ਕੱਚੇ ਪਿੱਲਿਆਂ ਵਾਲੀਆਂ ਗੱਲਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਨੇ। ਬੜਾ ਡਾਢਾ ਦੁੱਖ ਹੁੰਦਾ ਉਸ ਵੇਲੇ ਸੁਣ ਕੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਕਿੰਨਾ ਔਖਾ ਸਮਾਂ, ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਜਦੋਂ ਸੁਣਦੇ ਹਾਂ, ਪੜ੍ਹਦੇ ਹਾਂ, ਆ ਲੋਕ ਖੜੇ ਹੋ ਜਾਂਦੇ ਆ ਸੁਣ ਪੜ੍ਹਨ ਵਾਲਿਆਂ ਦੇ। ਮੈਨੂੰ ਨੌਜਵਾਨ ਵੀਰਾਂ ਦੇ ਬਹੁਤ ਸਾਰੇ ਫੋਨ ਆਉਂਦੇ ਆ, ਕਹਿੰਦੇ ਗਿਆਨੀ ਜੀ ਇਹ ਕਥਾ ਸੁਣ ਕੇ ਜਜ਼ਬਾ ਪੈਦਾ ਹੁੰਦਾ ਪੰਥ ਪ੍ਰਤੀ ਵੀ ਸਾਡਾ ਪੰਥ ਇੰਨਾ ਉੱਚਾ ਹੈ। ਆਮ ਕਰਕੇ ਇਸ ਗ੍ਰੰਥ ਦੀ ਕਥਾ ਮਾਫ ਕਰਨਾ ਗੁਰੂ ਸਾਹਿਬ ਦੇ ਚਰਨਾਂ 'ਚ, ਮੈਂ ਕੋਈ ਆਪਣੀ ਵਡਿਆਈ ਵਾਸਤੇ ਨਹੀਂ ਕਰਦਾ ਬਚਨ। ਇਹ ਕਥਾ ਬਹੁਤ ਘੱਟ ਗਿਆਨੀ ਸਿੰਘ ਕਰਦੇ ਆ। ਹਰ ਗੁਰੂ ਘਰ ਵਿੱਚ ਜਦੋਂ ਗੁਰਪ੍ਰਤਾਪ ਦੀ ਕਥਾ ਦਾ ਭੋਗ ਪਵੇ, ਪੰਥ ਪ੍ਰਕਾਸ਼ ਦੀ ਕਥਾ ਹੋਵੇ। ਹੁਣ ਮਰਿਆਦਾ ਚੱਲ ਪਈ ਹੈ ਗੁਰੂ ਸਾਹਿਬ, ਆ ਤੀਜੀ ਕਥਾ ਚੋਂ ਚੱਲ ਰਹੀ ਹੈ ਇੱਥੇ ਆਪਣੇ ਸਥਾਨ ਤੇ ਨੌਵੇਂ ਪਾਤਸ਼ਾਹ ਦੇ। ਇਹ ਤੀਸਰੀ ਕਥਾ ਦਾਸ ਕੋਲੋਂ ਸਤਿਗੁਰੂ ਜੀ ਕਰਾ ਰਹੇ ਨੇ ਤੇ ਹੁਣ ਹੋਰ ਸਥਾਨਾਂ ਤੇ ਵੀ ਪਰੰਪਰਾ ਚੱਲ ਪਈ ਹੈ, ਅੱਗੇ ਹੋਰ ਵੱਧ ਜਾਏਗੀ। ਇਹਦਾ ਹਰ ਗੁਰੂ ਘਰ ਵਿੱਚ ਪੰਥ ਪ੍ਰਕਾਸ਼ ਦੀ ਕਥਾ ਹੋਣੀ ਚਾਹੀਦੀ ਹੈ। ਸੈਂਕੜੇ ਨੌਜਵਾਨ ਉਹ ਮੁੜ ਕੇ ਆਏ ਨੇ ਇਸ ਕਥਾ ਨੂੰ ਸੁਣ ਕੇ ਸਿੱਖੀ ਵਾਲੇ ਪਾਸੇ ਵੀ ਸਾਡਾ ਵਿਰਸਾ ਇੰਨਾ ਉੱਚਾ। ਕੇਵਲ ਸਿੱਖੀ ਮੁੱਖ ਸੀ ਉਹਨਾਂ ਵਾਸਤੇ ਕਿ ਸਿੱਖੀ ਦਾ ਬੀਜ ਜਿਹੜਾ ਗੁਰੂ ਨਾਨਕ ਸਾਹਿਬ ਨੇ ਬੀਜਿਆ ਇਹ ਰਹਿ ਜਾਏ। ਸਾਡਾ ਕੀ ਹੈ, ਸਰੀਰ ਤਾਂ ਵਿਰਸਣੇ ਨੇ, ਇਹ ਸदैवी ਤਾਂ ਨਹੀਂ ਹਨ, ਪਰ ਸਿੱਖੀ ਰਹਿ ਜਾਏ। ਉਸ ਸਿੱਖੀ ਨੂੰ ਰੱਖਣ ਵਾਸਤੇ ਉਹਨਾਂ ਨੇ ਹਰ ਹੀਲਾ, ਹਰ ਵਸੀਲਾ
ਜੋ ਉਹਨਾਂ ਕੋਲੋਂ ਹੋ ਸਕਿਆ ਬਣ ਸਕਿਆ ਉਹਨਾਂ ਨੇ ਕੀਤਾ। ਪਰ ਅਸੀਂ ਕੀ ਕਰ ਰਹੇ ਹਾਂ ਹੁਣ, ਉਹ ਸਾਨੂੰ ਤੁਲਨਾਤਮਕ ਅਧਿਐਨ ਕਰਨਾ ਪਵੇਗਾ ਉਹਨਾਂ ਨਾਲ ਜਿਨ੍ਹਾਂ ਦੀ ਕਥਾ ਸੁਣ ਰਹੇ ਆ ਤੇ ਅੱਜ ਦੇ ਆਪਣੇ ਵੀਰਾਂ ਨਾਲ, ਆਪਣੇ ਨਾਲ, ਵੀ ਅਸੀਂ ਕੀ ਕਰ ਰਹੇ ਹਾਂ ਤੇ ਉਹਨਾਂ ਨੇ ਕੀ ਕੀਤਾ ਸੀ। ਜਦੋਂ ਇਹ ਤੁਲਨਾਤਮਕ ਅਧਿਐਨ ਹੋਵੇਗਾ ਫਿਰ ਪਤਾ ਲੱਗੇਗਾ ਵੀ ਸਾਡੇ 'ਚ ਕਮੀਆਂ ਕੀ ਨੇ। ਉਹਨਾਂ ਨੇ ਕੇਵਲ ਸਿੱਖੀ ਮੁੱਖ ਰੱਖੀ, ਅਸੀਂ ਆਪਣੇ ਸਵਾਰਥ ਮੁੱਖ ਰੱਖ ਲਏ ਨੇ ਕਿ ਸਾਡਾ ਸਵਾਰਥ, ਸਾਡਾ ਉੱਲੂ ਜਿੱਥੇ ਸਿੱਧਾ ਹੁੰਦਾ ਕਰ ਲਈਏ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਉਹ ਜੇ ਲਾਹੌਰ ਦੇ ਨਖਾਸ ਚੌਂਕ ਵਿੱਚ ਵੀ ਗਏ ਨੇ ਨਾ ਭਾਈ ਮਨੀ ਸਿੰਘ, ਜਿੱਥੇ ਉਹਨਾਂ ਦਾ ਬੰਦ ਕੱਟਿਆ ਜਾਣਾ ਸੀ, ਹੁਕਮ ਹੋ ਗਿਆ ਸੀ, ਤੇ ਲਾਹੌਰ ਦੇ ਨਖਾਸ ਚੌਂਕ ਵਿੱਚ ਬੈਠੇ ਵੀ ਕਹਿ ਰਹੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਮਨੀ ਸਿੰਘ ਜੀ ਰੱਖ ਸਿੱਖੀ ਮਹਾ ਸ਼ਹੀਦੀ ਲੀਤ, ਕਹਿੰਦੇ ਸਿੱਖੀ ਰੱਖੀ ਹੈ ਔਰ ਸਿੱਖੀ ਰੱਖ ਕੇ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਉਸ ਮਹਾਨ ਯੋਧੇ ਦਾ, ਦਰਬਾਰ ਸਾਹਿਬ ਦੇ ਉਸ ਮਹਾਨ ਮੁੱਖ ਵਜ਼ੀਰ ਦਾ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਆਨੰਦ ਪਿਆਰੇ ਦਾ ਇਤਿਹਾਸ ਆਪ ਜੀ ਸਰਵਣ ਕਰੋ। ਚੌਪਈ ਮਨੀ ਸਿੰਘ ਤੋਂ ਸੰਤ ਸੁਜਾਨ, ਭਾਈ ਮਨੀ ਸਿੰਘ ਜੀ ਸੰਤ ਵੀ ਸਨ, ਉਹ ਸੰਤ ਵੀ ਨੇ, ਭਾਈ ਵੀ ਨੇ ਤੇ ਸੰਤ ਵੀ ਨੇ। ਸੁਜਾਨ ਬੜੇ ਸਿਆਣੇ ਸੰਤ ਨੇ, ਸੁਜਾਨ ਸੰਤ, ਨਾਂ ਦੇ ਸੰਤ ਨਹੀਂ ਸੀ, ਵਾਕਈ ਸੰਤ ਸੀ। ਇਹੋ ਜੀ ਮਹਾਨ ਪਦਵੀ ਦੇ ਮਾਲਕ ਜਤੀ ਸਤੀ ਉਹ ਧਿਆਨੀ ਮਾਨ, ਜਤੀ ਵੀ ਨੇ। ਹੁਣ ਤੁਸੀਂ ਆਖੋਗੇ ਵੀ 10 ਪੁੱਤਰ ਸੀ ਉਹਨਾਂ ਦੇ, 7 ਪੁੱਤਰ ਇੱਕ ਚ ਹੋਏ ਤੇ 3, ਕਿਉਂਕਿ ਪਹਿਲਾਂ ਭਾਈ ਮਨੀ ਸਿੰਘ ਦੀ ਜਿਹੜੀ ਘਰਵਾਲੀ ਸੀ ਮਾਤਾ ਸੀਤਾ ਉਹ ਚਲਾਣੇ ਕਰ ਗਈ, ਦੂਜੀ ਸ਼ਾਦੀ ਹੋਈ, ਉਹਦੇ ਚੋਂ 3 ਬੱਚਿਆਂ ਨੇ ਹੋਰ ਜਨਮ ਲਿਆ, 10 ਪੁੱਤਰ ਸਨ। ਹੁਣ 10 ਪੁੱਤਰ ਨੇ, ਗ੍ਰਸਤੀ ਨੇ, ਜਤੀ ਕਿਵੇਂ ਹੋ ਗਏ? ਕੋਈ ਸਵਾਲ ਨਾ ਕਰੇਗਾ ਭਾਈ ਰਤਨ ਸਿੰਘ ਜੀ ਦੇ ਉੱਤੇ ਵੀ ਤੁਸੀਂ ਕਹਿੰਦੇ ਹੋ ਜਤੀ ਸੀ, ਇੱਥੇ ਲਿਖ ਨਾਲੇ ਕਹਿੰਦੇ 10 ਪੁੱਤਰ ਸੀ, ਵੀ ਜਾਂ ਕਹਿ ਲੋ ਗ੍ਰਸਤੀ ਸੀ ਜਾਂ ਕਹਿ ਲੋ ਜਤੀ ਸੀ। ਖਾਲਸੇ ਵਿੱਚ ਜਤੀ ਪਤਾ ਕੌਣ ਹੈ? ਖਾਲਸੇ 'ਚ ਜਤੀ ਹੈ ਜਿਹੜਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਇਹ ਖਾਲਸੇ ਵਿੱਚ ਜਤੀ ਹੈ। ਜਿਹੜਾ ਕੇਵਲ ਆਪਣਾ ਪਤਨੀ ਵਰਤ, ਜੇ ਪਤਨੀ ਪਤੀ ਵਰਤ ਧਰਮ ਨਿਭਾਉਂਦੀ ਹੈ ਤੇ ਫਿਰ ਪਤੀ ਦਾ ਵੀ ਕਰਤੱਵ ਹੈ ਉਹ ਆਪਣਾ ਪਤਨੀ ਵਰਤ ਧਰਮ ਨਿਭਾਵੇ। ਜੇ ਪਤੀ ਆਪਣੀ ਇਸਤਰੀ ਦਾ ਮਾੜਾ ਕਰੈਕਟਰ ਬਰਦਾਸ਼ਤ ਨਹੀਂ ਕਰ ਸਕਦਾ ਤੇ ਫਿਰ ਉਹਦੀ ਪਤਨੀ ਉਹਦਾ ਮਾੜਾ ਕਰੈਕਟਰ ਕਿਵੇਂ ਬਰਦਾਸ਼ਤ ਕਰੇ? ਕਲਗੀਧਰ ਦੇ ਬਚਨ ਨੇ, ਉਹ ਬਚਨ ਜਿਹੜੇ ਗੁਰਦੇਵ ਨੇ ਚਰਿਤਰਾਂ ਚ ਕਹੇ ਨੇ, ਦਸਮ ਗ੍ਰੰਥ ਸਾਹਿਬ ਚ ਭਾਈ ਮਨੀ ਸਿੰਘ ਹੋਣਾ ਨੇ ਸੰਕਲਨ ਕਰਕੇ ਲਿਖੇ ਨੇ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਊਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ। ਕਲਗੀਧਰ ਕਹਿੰਦੇ ਮੇਰੇ ਪਿਤਾ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਹੁਕਮ ਕੀਤਾ, ਜਦੋਂ ਮੈਂ ਸੁਧ ਚ ਆਇਆ ਉਹਨਾਂ ਨੇ ਆਖਿਆ ਮੈਨੂੰ, ਹੇ ਮੇਰੇ ਪੁੱਤਰ
ਜਦੋਂ ਤੱਕ ਤੇਰੇ ਸਰੀਰ 'ਚ ਪ੍ਰਾਣ ਨੇ। ਕਹਿੰਦੇ ਜੋ ਮੇਰੇ ਪਿਤਾ ਨੇ ਮੈਨੂੰ ਕਿਹਾ, ਖਾਲਸਾ ਜੀ ਤੁਸੀਂ ਮੇਰੇ ਪੁੱਤਰ ਹੋ, ਮੈਂ ਤੁਹਾਨੂੰ ਕਹਿਣ ਲੱਗਾ, ਕਿਉਂਕਿ ਪਿਤਾ ਪੁਰਖੀ ਆ ਰਿਹਾ ਨਾ ਇਹ ਵਿਰਾਸਤ। ਮੇਰੇ ਪਿਤਾ ਨੇ ਜੋ ਮੈਨੂੰ ਦਿੱਤਾ ਮੈਂ ਤੁਹਾਨੂੰ ਦੇਣ ਲੱਗਾ, ਤੁਸੀਂ ਖਾਲਸਾ ਮੇਰੇ ਪੁੱਤਰ ਹੋ ਨਾ। पूत यह प्रण तोहे प्राण जब लग घट थारे, निज नारी के साथ नित तुम नेह बढ़ैया, पर नारी की सेज भूल सुपने हो ना जाइए। सुपने विच भी चिंतन ना होवे, सुपने च भी पर स्त्री दा जां पर पुरख दा। विधि विधान बनाया खालसे दा, जिहनूं आपां रहतनामे कहने आ, ਇਹਨੂੰ ਕਹਿੰਦੇ ਵਿਧੀ ਵਿਧਾਨ। ਜਿਹੜਾ ਵਿਧੀ ਵਿਧਾਨ ਬਣਾਇਆ ਉਹਦੇ ਚ ਬਕਾਇਦਾ 4 ਬੱਜਰ ਕੁਰੈਤਾਂ ਚੋਂ ਇੱਕ ਇਹ ਬੱਜਰ ਕੁਰੈਤ, ਪਰ ਇਸਤਰੀਗਾਮੀ ਨਹੀਂ ਹੋਣਾ, ਪਰ ਪੁਰਖਗਾਮੀ ਨਹੀਂ ਹੋਣਾ। ਇਸਤਰੀ ਵਾਸਤੇ ਵੀ ਉਨਾ ਹੀ ਹੈ ਨਾ ਜਿੰਨਾ ਮਰਦ ਵਾਸਤੇ। ਇਹ ਸਮਾਨਤਾ ਹੈ ਪੰਥ ਵਿੱਚ। ਤੋ ਭਾਈ ਮਨੀ ਸਿੰਘ ਜੀ ਜੈਤੀ ਨੇ, ਕਿਉਂਕਿ ਉਸ ਇਸਤਰੀ ਦੇ ਨਾਲ ਸੰਬੰਧ ਜਿਨ੍ਹਾਂ ਦਾ ਲੜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਹਨੂੰ ਆਪਣਾ ਪੱਲਾ ਫੜਾਇਆ ਸੀ, ਇਸ ਕਰਕੇ ਭਾਈ ਸਾਹਿਬ ਬਾਰੇ ਸ਼ਬਦ ਵਰਤਿਆ ਜਤੀ। ਦੂਜਾ ਸ਼ਬਦ ਵਰਤਿਆ ਸਤੀ। ਸਤੀ ਵੀ ਨੇ ਭਾਈ ਮਨੀ ਸਿੰਘ ਜੀ। ਸਤ ਕਹਿੰਦੇ ਆ ਜੋ ਰਸਨਾ ਤੋਂ ਬੋਲਦੇ ਆ। ਇਹ ਨਹੀਂ ਜੋ ਹਿਰਦੇ ਵਿੱਚ ਹੈ ਉਹ ਜ਼ੁਬਾਨ ਤੇ ਨਹੀਂ, ਜੋ ਜ਼ੁਬਾਨ ਤੇ ਆ ਉਹ ਹਿਰਦੇ ਵਿੱਚ ਨਹੀਂ, ਜੋ ਹਿਰਦੇ ਵਿੱਚ ਹੈ ਉਹੀ ਰਸਨਾ ਤੇ ਹੈ। ਸਤੀ ਹਨ। ਫਿਰ ਉਹ ਧਿਆਨੀ ਮਾਨ, ਧਿਆਨੀ ਵੀ ਨੇ, ਧਿਆਨ ਧਾਰਦੇ ਨੇ ਸਤਿਗੁਰਾਂ ਦਾ। ਜੇ ਕਲਗੀਧਰ ਸੱਚਖੰਡ ਚਲੇ ਗਏ ਤੇ ਬਾਅਦ ਵਿੱਚ ਵੀ ਗੁਰਦੇਵ ਦੀ ਮੂਰਤ ਦਾ ਧਿਆਨ ਹਿਰਦੇ 'ਚ ਧਾਰਨ ਕਰਕੇ ਦਰਬਾਰ ਸਾਹਿਬ ਵਿੱਚ ਬੈਠੇ ਭਾਈ ਮਨੀ ਸਿੰਘ ਨੇ ਘੰਟਿਆਂ ਬੱਧੀ ਨੇਤਰਾਂ 'ਚੋਂ ਨੀਰ ਵਹਾਉਣਾ। ਬਾਜਾਂ ਵਾਲੇ ਸਾਹਿਬ ਦੀ ਮੂਰਤ ਨੂੰ ਚਿਤਵਣਾ। ਪੁੱਤਰ ਚੇਤੇ ਨਹੀਂ ਸੀ ਆਉਂਦੇ ਵੀ ਮੇਰੇ ਪੁੱਤਰ ਸ਼ਹੀਦ ਹੋ ਗਏ ਨੇ, ਬਚਿੱਤਰ ਸਿੰਘ ਹੋਣੀ, ਉਦੈ ਸਿੰਘ ਹੋਣੀ। ਭਰਾ ਨਹੀਂ ਸੀ ਚੇਤੇ ਆਉਂਦੇ, ਕੇਵਲ ਕਲਗੀਆਂ ਵਾਲੇ ਪਾਤਸ਼ਾਹ ਦਾ ਸਰੂਪ ਚੇਤੇ ਆਉਂਦਾ ਸੀ ਹਿਰਦੇ 'ਚ। ਪਤੰਗੇ ਜਿਵੇਂ ਅੱਗ ਦੇ ਉੱਤੇ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਆ ਨਾ, ਬਸ ਇਹ ਬਿਰਤੀ ਸੀ ਵੀ ਮੈਂ ਆਪਣਾ ਸਭ ਕੁਝ ਮਹਾਰਾਜ ਜੀ ਤੋਂ ਕੁਰਬਾਨ ਕਰ ਦਿਆਂ। ਬਦਲੇ 'ਚ ਕੀ ਮਿਲੇ? ਗੁਰੂ ਕਲਗੀਧਰ ਦੀ ਸਿੱਖੀ। ਸਭ ਕੁਝ ਕੁਰਬਾਨ ਕਰਕੇ, 10 ਪੁੱਤਰ ਪੋਤਰੇ ਕੁਰਬਾਨ ਕਰਕੇ ਮੰਗਣਾ ਕੀ ਹੈ? ਮਹਾਰਾਜ ਆਪਣੇ ਚਰਨਾਂ ਦੀ ਸਿੱਖੀ। ਇਹੋ ਜੇ ਸਤੀ ਤੇ ਇਹੋ ਜੇ ਧਿਆਨੀ ਹਨ। ਹਠੀ ਤਪੀ ਓ ਮਤ ਕੋ ਪੂਰੋ। ਹਠੀ ਵੀ ਰੱਜ ਕੇ, ਹਠੀ ਇਹਨੇ ਕਿਹਾ ਨਾ ਮਾਤਾ ਜੀ ਸਰੀਰ ਦੇ ਵਿੱਚ ਖੇਚੜਾ ਹੈ ਪਰ ਸੇਵਾ ਵਿੱਚ ਕੋਈ ਆਲਸ ਨਹੀਂ। ਉਹ ਹੱਠ ਨਾਲ ਹੀ ਹੁੰਦਾ ਨਾ, ਵੀ ਸਰੀਰ ਜਦੋਂ ਬਜ਼ੁਰਗ ਦੀ ਵਿੱਚ ਮੰਨਦਾ ਨਹੀਂ ਸੀ ਫਿਰ ਵੀ ਹੱਠ ਤਪ ਨਾਲ। ਇੱਥੇ ਵੀ ਆਪ ਸੰਗਤ ਵਿੱਚ ਕਿਤਨੇ ਬਜ਼ੁਰਗ ਨੇ, ਭਾਵੇਂ ਸਰੀਰ ਘੱਟ ਕੰਮ ਕਰਦਾ ਫਿਰ ਵੀ ਸਹਿਜੇ ਸਹਿਜੇ ਵੀ ਕਥਾ ਤੇ ਜਾਣਾ ਹੀ ਜਾਣਾ, ਕੀਰਤਨ ਤੇ ਜਾਣਾ ਹੀ ਜਾਣਾ। ਇਹ ਹੱਠ ਹੈ, ਇਹ ਨਿਰਮਲ ਹੱਠ ਇਹਨੂੰ ਕਹਿੰਦੇ ਆ। ਇਹ ਹੰਕਾਰ ਵਾਲਾ ਹੱਠ ਨਹੀਂ, ਇਹ ਹੱਠ ਤੇ ਗੁਰੂ ਸਾਹਿਬ ਨੂੰ ਪ੍ਰਵਾਨ ਹੈ। ਇਦਾਂ ਦਾ ਕੋਈ ਹੱਠ ਕਰੇ ਨਾ ਬੈਠਾ ਜਾਵੇ ਤਾਂ ਵੀ ਮਨ ਮਾਰ ਕੇ ਬੈਠਣਾ, ਸੁਣਨੀ ਹੈ ਕਥਾ, ਸੁਣਨਾ ਹੈ ਕੀਰਤਨ। ਭਾਈ ਮਨੀ ਸਿੰਘ ਜੀ ਹਠੀ ਵੀ ਨੇ ਰੱਜ ਕੇ, ਫਿਰ ਉੱਥੇ ਤਪੀ ਵੀ ਨੇ, ਮਹਾਨ ਤਪਸਵੀ ਵੀ ਨੇ। ਕਿਤਨੀ ਬਾਣੀ ਰੋਜ਼, ਤਕਰੀਬਨ ਸਾਰੀ ਬਾਣੀ ਯਾਦ ਹੀ ਸੀ ਭਾਈ ਮਨੀ ਸਿੰਘ ਨੂੰ। ਬਚਪਨ ਤੋਂ ਤਾਂ 15 ਸਾਲ ਦੀ ਉਮਰ ਵਿੱਚ ਤਾਂ ਪੋਥੀਆਂ ਲਿਖਣੀਆਂ ਸ਼ੁਰੂ ਕਰਤੀਆਂ ਸੀ ਭਾਈ ਮਨੀ ਸਿੰਘ ਨੇ। ਸਾਰੀ ਜ਼ਿੰਦਗੀ ਸੇਵਾ ਕਰਦੇ ਰਹੇ, ਪੋਥੀਆਂ ਲਿਖਣ ਦੀ, ਗੁਰਬਾਣੀ ਲਿਖਣ ਦੀ। ਤੇ ਗੁਰਬਾਣੀ ਲਿਖਣ ਦਾ ਪਤਾ ਕਿੱਡਾ ਵੱਡਾ ਪੁੰਨ ਹੈ। ਮਹਾਰਾਜ ਜੀ ਕਹਿੰਦੇ ਲਿਖਤੇ ਕੁਲ ਤਾਰਿਆ ਜੀਓ। ਲਿਖਣ ਵਾਲੇ ਆਪਣੀਆਂ ਕੁੱਲਾਂ ਤਾਰ ਲੈਂਦੇ, ਜਿਹੜੇ ਗੁਰਬਾਣੀ ਲਿਖਦੇ ਹੱਥਾਂ ਨਾਲ। ਲਿਖਣ ਵਾਲੇ ਆਪਣੀਆਂ ਕੁੱਲਾਂ ਤਾਰ ਲੈਂਦੇ ਆ। ਤੋ ਭਾਈ ਸਾਹਿਬ ਉਹ ਕਹਿੰਦੇ ਮਹਾਨ ਤਪੀ ਵੀ ਨੇ, ਮਤ ਕੋ ਪੂਰੋ। ਐਨ ਹੋਸ਼ ਹਵਾਸ਼ ਵਿੱਚ ਰਹਿੰਦੇ ਆ, ਬੜੇ ਸਿਆਣੀ ਮਤ ਦੇ,
ਜਿਹੜੀ ਗੁਰੂ ਸਾਹਿਬ ਨੇ ਦਿੱਤੀ ਹੈ, ਉਸ ਮਤ ਦੇ ਧਾਰਨੀ ਹਨ। सहनशील ओ दिल को सूर। ਸਹਿਨਸ਼ੀਲ, ਸਹਿਨ ਅੱਗੇ ਕਥਾ ਆਵੇਗੀ, ਅੱਜ ਤਾਂ ਨਹੀਂ ਆਉਣਾ ਉਹ ਪ੍ਰਸੰਗ, ਕੱਲ ਆਵੇਗਾ ਕਥਾ 'ਚ। ਸਹਿਨਸ਼ੀਲ ਇੰਨੇ ਅੱਗੇ ਕਥਾ ਵਿੱਚ ਆਵੇਗਾ ਬਚਨ, ਕਹਿੰਦੇ ਬੰਦ ਕੱਟਣਾ, ਉਹ ਕਹਿੰਦੇ 4 ਟੁਕੜੇ ਕਰ ਦਿੰਦੇ ਆ ਵੀ ਗੋਡਿਆਂ ਤੋਂ ਤੇ ਇੱਥੋਂ ਬਾਹਾਂ ਤੋਂ, ਇਹ 4। ਭਾਈ ਸਾਹਿਬ ਕਹਿੰਦੇ ਬੰਦ ਇੱਥੋਂ ਨਹੀਂ, ਉਂਗਲੀ ਦਾ ਇੱਕ ਪੋਟਾ ਕਹਿੰਦੇ ਇੱਥੋਂ ਸ਼ੁਰੂ ਹੁੰਦਾ ਹੈ, ਇੱਕ ਕਟਾ ਕੇ ਫਿਰ ਵਿਚਕਾਰਲੀ ਗੰਢ, ਫਿਰ ਤੀਜੀ, ਫਿਰ ਦੂਜੀ ਉਂਗਲ, ਉਹ ਕਾਲਾ ਜਿਹਾ ਪੈ ਕੇ ਸਿੱਧਾ ਗੁੱਟ ਕੱਟ ਕੇ ਨਾ ਮੋਢੇ ਤੋਂ ਕੱਟਣ ਲੱਗਾ। ਭਾਈ ਸਾਹਿਬ ਕਹਿੰਦੇ ਕੂਹਣੀ ਵਾਲਾ ਜੋੜ, ਬੰਦ ਦਾ ਮਤਲਬ ਹੁੰਦਾ ਜੋੜ, ਆ ਵੀ ਕੱਟ। ਇੰਨੀ ਸਹਿਨਸ਼ੀਲਤਾ। ਲੋਕ ਮਨਸੂਰ ਨੂੰ ਕਹਿੰਦੇ ਆ ਵੀ ਉਹ ਸੂਲੀ ਤੇ ਚੜਿਆ ਸੀ ਤੇ ਮਨਸੂਰ ਕਰਦੇ ਆ। ਭਾਈ ਮਨੀ ਸਿੰਘ ਜਿਨ੍ਹਾਂ ਬੰਦ ਕਟਾਇਆ, ਕਰੋੜਾਂ ਮਨਸੂਰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਭਾਈ ਮਨੀ ਸਿੰਘ ਦੇ ਹਿੱਸੇ ਆਈ ਹੈ ਸੇਵਾ। ਸਹਿਨਸ਼ੀਲ ਇਹਨੇ, ਤੇ ਜੇ ਚਾਹੁੰਦੇ ਤੇ ਬਚਨ ਕਰਕੇ ਜ਼ਕਰੀਆ ਨੂੰ ਗਰਕ ਕਰ ਸਕਦੇ ਸੀ, ਪਰ ਸਹਿਨਸ਼ੀਲਤਾ ਸੀ। ਤਾਂ 2 ਪੁੱਤਰਾਂ ਨੂੰ ਅੱਖਾਂ ਸਾਹਮਣੇ ਖੱਲ ਪੁੱਠੀ ਲੈਂਦਿਆਂ ਸ਼ਹੀਦ ਹੁੰਦਿਆਂ ਵੇਖ ਲਿਆ। ਇਹ ਕੋਈ ਛੋਟੀ ਸਹਿਨਸ਼ੀਲਤਾ ਨਹੀਂ ਸੀ। ਸਹਿਨਸ਼ੀਲ ਉਹ ਦਿਲ ਕੋ ਸੂਰੋ, ਮਾੜੇ ਦਿਲ ਵਾਲੇ ਨਹੀਂ ਸੀ। ਸਾਡੇ ਦਿਲ ਤਾਂ ਝਟ ਘਾਉ ਮਾਉ ਕਰ ਜਾਂਦੇ ਆ, ਉਸੇ ਵੇਲੇ ਡਰਾਵਾ ਜਿਹਾ ਮਨ 'ਚ ਆ ਜਾਂਦਾ, ਕੀ ਹੋਵੇਗਾ, ਕੀ ਬਣੇਗਾ। ਮੈਂ ਆਪਣੇ ਸਮੇਤ ਗੱਲ ਕਰ ਰਿਹਾ। ਭਾਈ ਸਾਹਿਬ ਦਿਲ ਦੇ ਵੀ ਸੂਰਮੇ ਸਨ। ਭਗਾਣੀ ਦੇ ਜੰਗ 'ਚ ਲੜੇ ਨੇ, ਅੰਮ੍ਰਿਤਸਰ ਸਾਹਿਬ ਵੀ ਉਹਨਾਂ ਨੇ 1-2 ਜੰਗਾਂ ਲੜੀਆਂ ਨੇ, ਤੇ ਦਿਲ ਦੇ ਵੀ ਸੂਰੇ ਹਨ। ਕਰਮੀ ਧਰਮੀ ਭਗਤ ਗਿਆਨੀ। ਕਰਮੀ ਵੀ ਨੇ, ਕਰਮ ਵੀ ਕਰਦੇ ਨੇ। ਇਹ ਨਹੀਂ ਕਿ ਲੋਕਾਂ ਨੂੰ ਉਪਦੇਸ਼ ਦੇਣਾ, ਭਾਵੇਂ ਕਿ ਉਹਨਾਂ ਨੂੰ ਆਪ ਲੋੜ ਨਹੀਂ ਰਹਿ ਗਈ ਕਰਮ ਦੀ, ਆਪ ਉਹ ਨਿਤਨੇਮ ਕਰਨ ਨਾ ਕਰਨ, ਬਾਣੀ ਪੜਨ ਨਾ ਪੜਨ, ਉਹ ਤਾਂ ਬ੍ਰਹਮ ਸਰੂਪ ਹੋ ਗਏ ਨੇ, ਪਰ ਉਹ ਫਿਰ ਵੀ ਕਰਮ ਕਰਦੇ ਆ, ਕਿਉਂਕਿ ਉਹਨਾਂ ਨੂੰ ਵੇਖ ਕੇ ਹੋਰ ਕਈਆਂ ਨੇ ਕਰਨੇ ਆ। ਜੇ ਭਾਈ ਮਨੀ ਸਿੰਘ ਨਾਲ ਨਿਤਨੇਮ ਕਰਦੇ ਤੇ ਲਾਗੇ ਹੋਰ ਸਿੰਘਾਂ ਨੇ ਕਹਿਣਾ ਸੀ ਮਨੀ ਸਿੰਘ ਨਹੀਂ ਕਰਦੇ, ਸਾਨੂੰ ਕੀ ਲੋੜ ਹੈ। ਮਹਾਂਪੁਰਸ਼ਾਂ ਨੂੰ ਲੋੜ ਨਹੀਂ ਰਹਿੰਦੀ ਕਰਮ ਦੀ, ਉਹ ਫਿਰ ਵੀ ਕਰਦੇ ਆ ਤਾਂ ਜੋ ਉਹਨਾਂ ਨੂੰ ਵੇਖ ਕੇ ਅੱਗੇ ਕਰਨ। ਸਤਿਗੁਰਾਂ ਨੂੰ ਕੋਈ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਥੋੜੀ ਸੀਗੀ। ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਆ, ਉਹ ਸਿੱਖਾਂ ਨੂੰ ਪ੍ਰੇਰਨਾ ਦੇਣ ਵਾਸਤੇ। ਭਾਈ ਸਾਹਿਬ ਕਰਮੀ ਵੀ ਨੇ, ਫਿਰ ਧਰਮੀ ਵੀ ਨੇ। ਨਾਂ ਦੇ ਹੀ ਧਰਮੀ ਨਹੀਂ ਸੀ ਇਕੱਲੇ, ਅਸਲ 'ਚ ਧਰਮੀ ਸਨ ਕਿ ਧਰਮ ਕੀ ਹੁੰਦਾ ਉਹਨੂੰ ਚੰਗੀ ਤਰ੍ਹਾਂ ਸਮਝਦੇ ਸਨ। ਭਗਤ ਗਿਆਨੀ, ਭਗਤੀ ਦੇ ਰੰਗ ਦੇ ਵਿੱਚ ਰੰਗੇ ਹੋਏ, ਤੇ ਗਿਆਨੀ ਵੀ ਸੀ ਮਹਾਨ। ਭਾਈ ਸਾਹਿਬ ਦੇ ਨਾਂ ਤੇ ਟਕਸਾਲ ਚੱਲਦੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ, ਸੱਤੋ ਵਾਲੀ ਗਲੀ। ਭਾਈ ਮਨੀ ਬੜੀ ਗਿਆਨੀਆਂ ਦੀ ਟਕਸਾਲ ਸਦਾਉਂਦੀ ਆ। ਉਹ ਬੜੇ ਵਿਦਵਾਨ ਗਿਆਨੀ ਸਿੰਘ ਉਹਦੇ ਵਿੱਚ ਹੋਏ। ਭਾਈ ਮਨੀ ਸਿੰਘ ਜੀ ਦੀ ਜਿਹੜੀ ਪਰੰਪਰਾ, ਉਹਨਾਂ ਦੀ ਸੰਪਰਦਾ ਚੱਲੀ। ਤੋ ਭਾਈ ਮਨੀ ਸਿੰਘ ਜੀ ਗਿਆਨੀ ਵੀ ਮਹਾਨ ਨੇ। ਭਾਈ ਸਾਹਿਬ ਦੀਆਂ ਕੁਝ ਲਿਖਤ ਰਚਨਾਵਾਂ ਵੀ ਨੇ। ਇੱਕ ਭਾਈ ਮਨੀ ਸਿੰਘ ਹੋਣਾ ਨੇ ਜਨਮ ਸਾਖੀ ਲਿਖੀ ਹੈ ਗੁਰੂ ਨਾਨਕ ਸਾਹਿਬ ਦੀ। ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਗੁਰੂ ਨਾਨਕ ਸਾਹਿਬ ਦਾ ਇਤਿਹਾਸ। ਫਿਰ ਭਾਈ ਸਾਹਿਬ ਨੇ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਉਹਦਾ ਟੀਕਾ ਕੀਤਾ ਭਾਈ ਮਨੀ ਸਿੰਘ ਹੋਣਾ ਨੇ। ਉਹਦਾ ਨਾਮ ਹੈ ਸਿੱਖਾਂ ਦੀ ਭਗਤਮਾਲਾ, ਆਪਾਂ ਕਹਿ ਦਿੰਦੇ ਉਹਦਾ ਭਗਤ ਰਤਨਾਵਲੀ, ਸਿੱਖਾਂ ਦੀ ਭਗਤਮਾਲਾ। ਉਹਦੇ ਵਿੱਚ ਪੜ੍ਹਨ ਨਿੱਕੀ ਜੀ ਕਿਤਾਬ ਹੈ, ਕੁੱਜੇ 'ਚ ਸਮੁੰਦਰ ਬੰਦ ਕੀਤਾ ਭਾਈ ਮਨੀ ਸਿੰਘ ਨੇ। ਜਿਵੇਂ ਕੁੱਜੇ 'ਚ ਸਮੁੰਦਰ, ਏਡੇ ਵੱਡੇ ਗਿਆਨੀ ਸੀ। ਉਹਦੇ 'ਚ ਅੱਜ ਜਿਹੜੇ ਸਾਡੇ ਅੰਦਰ ਸਵਾਲ ਨਹੀਂ ਉੱਠਦੇ ਕਈ ਤਰ੍ਹਾਂ ਦੇ, ਉਹ ਸਿੱਖ ਸਵਾਲ ਕਰਦੇ ਆ ਗੁਰੂ ਸਾਹਿਬ ਨੂੰ ਤੇ ਮਹਾਰਾਜ ਜੀ ਜਵਾਬ ਦਿੰਦੇ ਆ। ਉਹ ਸਿੱਖਾਂ ਦੀ ਭਗਤਮਾਲਾ, ਉਹ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕਰਦਾ ਹੁੰਨਾ, ਉਹ ਲੈ ਕੇ ਹਰ ਇੱਕ ਸਿੱਖ ਨੂੰ, ਉਹ ਪੁਰਾਣੀ ਭਾਸ਼ਾ 'ਚ ਨਾ ਲਿਖੀ ਹੋਈ ਹੈ, ਤਾਂ ਪੰਜਾਬੀ 'ਚ, ਪਰ ਜਿਵੇਂ ਉਹ ਸਦੂਕੜੀ ਭਾਸ਼ਾ ਹੁੰਦੀ ਉਹਦੇ 'ਚ ਲਿਖੀ ਹੋਈ।
ਉਹਦੇ ਚ ਭਾਈ ਮਨੀ ਸਿੰਘ ਜੀ ਨੇ ਬਹੁਤ ਸਾਰੇ ਗੁੱਝੇ ਗੁੱਝੇ ਭੇਦ ਪਤਾ ਲੱਗਦਾ ਵੀ ਕਿੱਡੀ ਉੱਚੀ ਅਵਸਥਾ ਦੇ ਮਾਲਕ ਸੀ ਭਾਈ ਮਨੀ ਸਿੰਘ ਜੀ। ਉਹਨਾਂ ਦੇ ਬਚਨਾਂ ਤੋਂ ਪਤਾ ਲੱਗਦਾ। ਜਦੋਂ ਲਿਖਦੇ ਆ ਉਹ ਸਵਾਸ ਬਾਹਰ ਜਾਵੇ ਔਰ ਅੰਦਰ ਆਵੇ ਤੇ ਸਿਮਰਨ ਕਿਵੇਂ ਕਰਨਾ, ਕਹਿੰਦੇ ਅੰਦਰ ਜਾਵੇ ਤਾਂ ਵਾਹੇ, ਬਾਹਰ ਆਵੇ ਤਾਂ ਗੁਰੂ। ਕਹਿੰਦੇ ਏਦਾਂ ਸਿਮਰਨ ਕਰੋ। ਬਹੁਤ ਸਾਰੇ ਸਵਾਲ। ਜਿਹੜੀ 11ਵੀਂ ਵਾਰ ਭਾਈ ਗੁਰਦਾਸ ਜੀ ਨੇ ਲਿਖੀ ਨਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਸਮੇਂ ਕੁਝ ਸਿੱਖਾਂ ਦਾ, ਕੁਝ ਕੁ 94 ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ। ਉਹ ਸਿੱਖ ਕਿਵੇਂ ਗੁਰੂ ਸਾਹਿਬ ਦੀ ਸ਼ਰਨ ਆਏ, ਉਹਨਾਂ ਕੋਲੋਂ ਕਿਵੇਂ ਉਹਨਾਂ ਨੇ ਦੀਕਸ਼ਾ ਪ੍ਰਾਪਤ ਕੀਤੀ, ਉਹ ਭਾਈ ਮਨੀ ਸਿੰਘ ਜੀ ਨੇ ਟੀਕਾ ਕੀਤਾ। ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ, ਦਸਮ ਗ੍ਰੰਥ ਸਾਹਿਬ ਦਾ ਸਰੂਪ ਉਹ ਸੰਪਾਦਨ ਕੀਤਾ। ਮਹਾਰਾਜ ਜੀ ਦੀ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਠੀ ਕੀਤੀ ਤੇ ਉਹ ਅੱਜ ਵੀ ਭਾਈ ਮਨੀ ਸਿੰਘ ਜੀ ਦੀ ਜਿਹੜੀ ਲਿਖੀ ਬੀੜ ਹੈ ਨਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੋਵੇਂ ਇੱਕੋ ਬੀੜ ਜਿਲਦ 'ਚ ਬੰਨੇ ਸੀ, ਜੋ ਦਿੱਲੀ ਵਿਖੇ ਅੱਜ ਵੀ ਸੁਭਾਏਮਾਨ ਹੈ। ਪਰ ਉਹ ਪੰਥ ਨੇ ਪ੍ਰਵਾਨ ਨਹੀਂ ਸੀ ਕੀਤੀ ਤੇ ਫਿਰ ਬਾਅਦ 'ਚ ਦਸਮ ਵੱਖਰਾ ਰੱਖਿਆ ਗਿਆ ਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਉਹ ਵੱਖਰੇ ਰੱਖੇ ਗਏ। ਪਹਿਲਾਂ ਉਹਨਾਂ ਨੇ ਇੱਕੋ ਰੂਪ ਦੇ ਦਿੱਤਾ ਸੀ। ਤੋ ਗਿਆਨੀ ਵੀ ਮਹਾਨ ਸਨ, ਆਤਮ ਗਿਆਨੀ ਵੀ ਸਨ ਤੇ ਗੁਰੂ ਘਰ ਦੀ ਗੁਰਬਾਣੀ ਦਾ ਵੀ ਗਿਆਨ ਉਹਨਾਂ ਦੇ ਪਾਸ ਸੀ। ਹਾਂਜੀ, ਸਤਿਗੁਰ ਬਚਨਨ ਪਰ ਮਤ ਠਾਨੀ। ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਪੂਰੀ ਮਤ, ਪੂਰਾ ਭਰੋਸਾ, ਪੂਰਾ ਯਕੀਨ। ਜਦੋਂ ਚਿੱਠੀਆਂ ਪਾਈਆਂ ਸੀ ਨਾ, ਉਹ ਭਰੋਸੇ ਨਾਲ ਹੀ ਪਾਈਆਂ ਸੀ ਨਾ, ਨਹੀਂ ਤਾਂ ਕੋਈ ਆਖੇ ਕਾਗਜ਼ ਦੀਆਂ ਚਿੱਠੀਆਂ ਪਾਣੀ 'ਚ ਕਿਵੇਂ ਤਰਨਗੀਆਂ, ਫਿਰ ਇੱਕ ਡੁੱਬੇਗੀ ਇੱਕ ਕਿਵੇਂ ਤਰੇਗੀ। ਭਰੋਸਾ ਸੀ ਗੁਰੂ ਸਾਹਿਬ ਦੇ ਉੱਤੇ ਭਾਈ ਮਨੀ ਸਿੰਘ ਦਾ। ਆਖਿਆ ਗੁਰੂ ਸਾਹਿਬ ਫੈਸਲਾ ਕਰਨਗੇ। ਤੋ ਉਸ ਵਕਤ ਉਹ ਕਹਿੰਦੇ ਸਤਿਗੁਰ ਬਚਨਨ ਪਰ ਮਤ ਠਾਨੀ, ਗੁਰੂ ਸਾਹਿਬ ਦੇ ਬਚਨਾਂ ਉੱਤੇ ਪੂਰਾ ਪ੍ਰੇਮ ਸੀ, ਵਿਸ਼ਵਾਸ ਤੇ ਭਰੋਸਾ ਸੀ। ਉਤ ਸਤਿਗੁਰ ਸੋ ਰਹਿਤ ਹਜ਼ੂਰ। ਸਤਿਗੁਰਾਂ ਦੇ ਹਜ਼ੂਰ ਰਹੇ ਨੇ, 7ਵੇਂ 8ਵੇਂ 9ਵੇਂ 10ਵੇਂ ਪਾਤਸ਼ਾਹ ਦੇ ਹਜ਼ੂਰ, ਉਹਨਾਂ ਦੀ ਸੰਗਤ 'ਚ ਰਹੇ ਨੇ। ਇਸ ਕਰ ਪਇਓ ਸੋ ਗੁਰਮਤ ਪੂਰ। ਇਸ ਕਰਕੇ ਗੁਰੂ ਕੀ ਮਤ ਨਾਲ ਲਵਾ ਲਵ ਭਰ ਗਏ ਸੀ ਭਾਈ ਮਨੀ ਸਿੰਘ। ਗੁਰੂ ਕੀ ਮਤ ਡੁੱਲ ਡੁੱਲ ਪੈਂਦੀ ਸੀ ਉਹਨਾਂ ਕੋਲੋਂ, ਗੁਰੂ ਕੀ ਮਤ ਨਾਲ ਭਰਪੂਰ ਹੋ ਗਏ ਸਨ। ਉਨ ਸਤਿਗੁਰ ਕਛ ਝੂਠੋ ਖਇਓ। ਭਾਈ ਮਨੀ ਸਿੰਘ ਜੀ ਨੂੰ ਗੁਰੂ ਸਾਹਿਬ ਦਾ 7ਵੇਂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਮਿਲਦਾ ਰਿਹਾ ਛਕਣ ਨੂੰ। ਜਦੋਂ ਨਾ ਪ੍ਰਸ਼ਾਦਾ ਛਕਣਾ ਨਾ ਤੇ ਬਾਅਦ 'ਚ ਥਾਲ ਭਾਈ ਮਨੀ ਸਿੰਘ ਨੇ ਲੈ ਕੇ ਵਿੱਚੋਂ ਸੀਤ ਪ੍ਰਸ਼ਾਦ ਛਕਣਾ। ਫਿਰ 8ਵੇਂ ਪਾਤਸ਼ਾਹ ਦਾ, ਫਿਰ 9ਵੇਂ ਪਾਤਸ਼ਾਹ ਦਾ, ਫਿਰ 10ਵੇਂ ਪਾਤਸ਼ਾਹ ਦੇ ਕੋਲ ਤਾਂ ਬਹੁਤੇ ਹੀ ਰੰਗ ਮਾਣੇ। ਇਸ ਤਰ੍ਹਾਂ ਕਹਿੰਦੇ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਭਾਈ ਸਾਹਿਬ ਜੀ ਛਕਦੇ ਰਹੇ ਨੇ। ਤਾਂ ਤੇ ਹਠੀਆ ਅੜੀਆ ਪਇਓ। ਕਹਿੰਦੇ ਇਸੇ ਕਰਕੇ ਤੇ ਇੰਨਾ ਹਠੀਆ ਤੇ ਇੰਨਾ ਅੜੀਆ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਅੰਦਰ ਗਿਆ ਹੋਇਆ ਸੀ, ਉਹਦੇ ਕਰਕੇ ਤੇ ਇੰਨਾ ਅੜੀਆ ਸੀ ਵੀ ਅੜ ਗਿਆ ਜ਼ਕਰੀਏ ਦੇ ਸਾਹਮਣੇ, ਤਾਂ ਹੀ ਇੰਨਾ ਹਠੀਆ ਸੀ। ਹਾਂਜੀ, ਸਿੱਖਨ ਕੋ ਸੋ ਸਿੱਖੀ ਦ੍ਰਿੜਾਵੇ। ਬਹੁਤ ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਨੇ ਸਿੱਖੀ ਦ੍ਰਿੜ ਕਰਾਈ। ਬਹੁਤ ਸਾਰੇ ਸਿੱਖਾਂ ਨੂੰ ਗੁਰਬਾਣੀ ਪੜ੍ਹਾਈ, ਗੁਰਬਾਣੀ ਦੀ ਸੰਥਿਆ ਕਰਾਈ। ਜਦੋਂ 10ਵੇਂ ਪਾਤਸ਼ਾਹ ਦੇ ਮੁਖੋਂ ਕਥਾ ਸੁਣੀ ਸਾਰੀ ਦਮਦਮਾ ਸਾਹਿਬ, ਫਿਰ ਅੱਗੇ ਸਿੰਘਾਂ ਨੂੰ ਪੜ੍ਹਾਉਂਦੇ ਰਹੇ। ਏਦਾਂ ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਸਿੱਖੀ ਦ੍ਰਿੜ ਕਰਾਈ। ਸਿੱਖਿਓ ਚੁੱਕੇ ਤਿਸ ਤਨਖਾਹ ਲਾਵੇ। ਜੇ ਕੋਈ ਸਿੱਖੀ ਤੋਂ ਚੁੱਕਦਾ ਸੀ, ਕੋਈ ਢਿੱਲ ਮੱਠ ਕਰਦਾ ਸੀ, ਤੇ ਭਾਈ ਮਨੀ ਸਿੰਘ ਜੀ ਉਹਨੂੰ ਤਨਖਾਹ ਲਾਉਂਦੇ ਸੀ ਅਕਾਲ ਤਖਤ ਸਾਹਿਬ ਤੇ ਬਹਿ ਕੇ। ਹਾਂਜੀ, ਬੀਜ ਬੀਜੇ ਵੈ ਗੁਰਮਤ ਲਾਵੇ। ਔਰ ਬੀਜ ਬੀਜਦੇ ਸੀ ਗੁਰਸਿੱਖੀ ਦਾ, ਗੁਰੂ ਕੀ ਮੱਤ ਦਾ। ਵੱਧ ਤੋਂ ਵੱਧ ਗੁਰਸਿੱਖਾਂ ਨੂੰ ਗੁਰਬਾਣੀ ਪੜ੍ਹਾਉਣੀ। ਛੋਟੇ ਛੋਟੇ ਬੱਚਿਆਂ ਨੂੰ ਪਿੰਡਾਂ 'ਚੋਂ ਇਕੱਠਾ ਕਰਕੇ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਦੇ ਬੱਚਿਆਂ ਨੂੰ ਆਪਣੇ ਕੋਲ ਸੱਦਣਾ, ਉਹਨਾਂ ਨੂੰ ਗੁਰਬਾਣੀ ਪੜ੍ਹਾਉਣੀ, ਉਹਨਾਂ ਨੂੰ ਗੁਰਬਾਣੀ ਲਿਖਣੀ ਸਿਖਾਉਣੀ। ਏਦਾਂ ਬੀਜ ਬੀਜਦੇ ਗੁਰਸਿੱਖੀ ਦਾ। ਚਾਰ ਬਰਨ ਕੋ ਸਿੱਖੀ ਦ੍ਰਿੜਾਵੇ। ਇਹ ਨਹੀਂ ਸੀ ਵੇਖਦੇ ਵੀ ਇਹ ਕਿਹੜੀ ਜਾਤੀ ਦਾ। ਖੱਤਰੀ ਆ ਜੇ ਉਹਨੂੰ ਪੜਾਉਂਦੇ, ਬ੍ਰਾਹਮਣ ਆਉਂਦਾ ਉਹਨੂੰ ਵੀ ਗੁਰਬਾਣੀ ਪੜਾਉਂਦੇ, ਕੋਈ ਸ਼ੂਦਰ ਆ ਜੇ ਉਹਨੂੰ ਵੀ, ਵੈਸ਼ ਆ ਜਾਵੇ ਉਹਨੂੰ। ਚਾਰਾਂ ਵਰਨਾਂ ਨੂੰ। ਅੱਜ ਕੱਲ ਸਾਡੇ ਅੰਦਰ ਇਹ ਆ ਗਿਆ ਜਾਤੀਵਾਦ ਦਾ,
ਪਰ ਪੁਰਾਤਨ ਸਿੰਘਾਂ ਵਿੱਚ ਨਹੀਂ ਸੀ। ਉਹ ਸਾਰਿਆਂ ਨੂੰ ਇੱਕ ਰੂਪ ਇੱਕ ਦ੍ਰਿਸ਼ਟੀ ਕਰਕੇ ਵੇਖਦੇ। ਸਾਰੇ ਗੁਰੂ ਨਾਨਕ ਸਾਹਿਬ ਦੇ ਬੱਚੇ ਨੇ। ਏਕ ਪਿਤਾ ਏਕ ਸਕੇ ਮੁਬਾਰਕ ਤੂੰ ਮੇਰਾ ਗੁਰ ਹਾਈ। ਤੋ ਭਾਈ ਸਾਹਿਬ ਚਾਰਾਂ ਵਰਣਾਂ ਦੇ ਲੋਕਾਂ ਨੂੰ ਕੋਈ ਆ ਜਾਏ ਸਭ ਨੂੰ ਸਿੱਖੀ ਦ੍ਰਿੜ ਕਰਾਉਂਦੇ ਨੇ। ਕਰ ਸਾਖੀ ਬੋ ਸਿੱਖਨ ਸੁਨਾਵੇ। ਸਾਖੀ ਗੁਰੂ ਘਰ ਦੀਆਂ ਸਾਖੀਆਂ, ਗੁਰੂ ਘਰ ਦਾ ਇਤਿਹਾਸ ਭਾਈ ਮਨੀ ਸਿੰਘ ਜੀ ਅੱਗੇ ਸਿੱਖਾਂ ਨੂੰ ਸੁਣਾਉਂਦੇ ਸੀ। ਕਥਾ ਕਰਦੇ ਸੀ ਨਾ ਦਰਬਾਰ ਸਾਹਿਬ, ਉਹਨਾਂ ਨੇ ਕਥਾ ਕਰਨੀ। ਕਥਾ ਕਰਕੇ ਬਹੁਤ ਸਾਰੀਆਂ ਸਾਖੀਆਂ, ਇਤਿਹਾਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੰਗਤ ਨੂੰ ਸਰਵਣ ਕਰਾਉਣਾ। ਕਛ ਗੁਰ ਕਈ ਕਛ ਮਨ ਤੇ ਲਾਵੇ। ਉਹ ਸਾਖੀਆਂ ਜਿਹੜੀਆਂ 10ਵੇਂ ਪਾਤਸ਼ਾਹ ਦੇ ਮੂੰਹੋਂ ਸੁਣੀਆਂ ਸੀ ਜਾਂ 9ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ ਤੋਂ ਉਹ ਸੁਣਾਣੀਆਂ। ਕੁਝ ਉਹਨਾਂ ਨੇ ਆਪਣੇ ਅਨੁਭਵ ਚੋਂ ਸੁਣਾਣੀਆਂ। ਆਪਣਾ ਅਨੁਭਵ ਵੀ ਸੀ ਭਾਈ ਸਾਹਿਬ ਕੋਲ। ਆਪਣੇ ਅਨੁਭਵ ਵਿੱਚੋਂ ਵੀ ਬਹੁਤ ਕੁਝ ਉਹਨਾਂ ਨੇ ਵਰਣਨ ਕਰਕੇ ਸੁਣਾਉਣਾ। ਦੋਹਰਾ ਮਾਤਾ ਭੇਜਿਓ ਤਿਸੇ ਕੋ ਦਿੱਲੀ ਤੇ ਸਮਝਾਏ। ਸਤਿਕਾਰਯੋਗ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਦਿੱਲੀ ਤੋਂ ਬਕਾਇਦਾ ਉਚੇਚੇ ਤੌਰ ਤੇ ਲਿਖ ਕੇ ਭੇਜਿਆ। ਅੰਮ੍ਰਿਤ ਸਰ ਚੜਤੀ ਚੜੇ ਸਿੱਖਨ ਜਾਏ ਖੁਆਏ। ਸ੍ਰੀ ਅੰਮ੍ਰਿਤਸਰ ਸਾਹਿਬ ਜਿੰਨਾ ਚੜਾਵਾ ਆਉਂਦਾ ਉਹਦਾ ਸਾਰਾ ਪ੍ਰਬੰਧ ਭਾਈ ਮਨੀ ਸਿੰਘ ਜੀ ਕਰਨਗੇ। ਜਿੰਨੀ ਉੱਥੇ ਆਮਦਨ ਆਉਂਦੀ ਉਹਨੂੰ ਖਰਚਣਾ, ਸਿੱਖਾਂ ਨੂੰ ਵੰਡਣਾ, ਉਹ ਸਾਰੀ ਜ਼ਿੰਮੇਵਾਰੀ ਭਾਈ ਮਨੀ ਸਿੰਘ ਦੀ ਹੈ। ਇਹ ਸਤਿਕਾਰਯੋਗ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਬਕਾਇਦਾ ਚਿੱਠੀ ਲਿਖ ਕੇ ਭੇਜੀ। ਸੰਗਤ ਦੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ। ਭਾਈ ਸਾਹਿਬ ਜੀ ਦੇ ਰਹਿੰਦੇ ਇਤਿਹਾਸ ਦੀ ਕਥਾ, ਉਹਨਾਂ ਦੀ ਸ਼ਹੀਦੀ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ, ਗੁਰੂ ਖਾਲਸੇ ਦਾ ਇਤਿਹਾਸ, ਸ਼ਹੀਦਾਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਇਹ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਅਪਰੰਪਰ ਹਰ ਹਰੇ ਹੈ ਪੀਓ ਅਣਹਾਰੇ ਸੰਤ ਕੈ ਸਦਾ ਸੰਗ ਧਾਰਾ ਆਧਾਰ ਠਾਕੁਰ ਹੋ
ਦਾਸਰੋ। ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ। ਰਾਖੋਈ ਐ ਪਰੋਏ, ਆਏ ਪ੍ਰਭ ਸ਼ਰਣਾਗਤੀ। ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ। ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।